ਇੱਕ ਨੌਜਵਾਨ ਹੈ ਇਤਿਹਾਸ ਵਿੱਚ ਦੱਸਿਆ, ਇਤਿਹਾਸ ਨੇ ਨਾਂ ਦੱਸਿਆ ਪ੍ਰੇਮਾ। ਪਿੰਡ ਇਹਦਾ ਖਾਈ ਲਿਖਿਆ ਇਤਿਹਾਸ ਵਿੱਚ, ਲਾਹੌਰ ਦੇ ਕੋਲੇ ਰਹਿ ਗਿਆ। ਇਹ ਖਾਈ ਨਹੀਂ ਆਪਣਾ, ਜਿਹੜੀ ਲਾਹੌਰ ਕੋਲੇ। ਸੋ ਖਾਈ ਦੇ ਰਹਿਣ ਵਾਲਾ ਨੌਜਵਾਨ ਹੈ, ਜਵਾਨੀ ਹੈ, ਅਮੀਰੀ ਬਹੁਤ ਹੈ ਘਰੇ, ਪੈਸਾ ਵਾਧੂ, ਤੇ ਸੰਗਤ ਹੋ ਗਈ ਮਾੜੀ। ਹੁਣ ਜਿੱਥੇ ਤਿੰਨ ਚੀਜ਼ਾਂ ਦਾ ਮੇਲ ਹੋ ਜਾਵੇ, ਵੀ ਜਵਾਨੀ ਹੈ, ਪੈਸਾ ਵੀ ਵਾਧੂ ਹੈ, ਤੇ ਸੰਗਤ ਮਾੜੀ ਹੈ, ਤੇ ਬਚਾਉਣ ਵਾਲਾ ਕੋਈ ਜੰਮਿਆ ਨਹੀਂ। ਤਿੰਨ ਚੀਜ਼ਾਂ ਮਿਲ ਗਈਆਂ, ਜਵਾਨੀ, ਪੈਸਾ ਤੇ ਕੁਸੰਗਤ। ਹੁਣ ਕੀ ਹੋਇਆ, ਪ੍ਰੇਮੀ ਦੀ ਸੰਗਤ ਹੋ ਗਈ ਮਾੜੀ, ਤੇ ਇਕੱਠੇ ਹੋ ਗਏ ਪਿਆਲੇ ਦੇ ਯਾਰ। ਪਿਆਲੇ ਦੇ ਯਾਰ, ਪਿਆਲੇ ਖੜਕਾਉਣ ਵਾਲੇ ਤੇ ਫੈਂਟਰ ਮਾਰਨ ਵਾਲੇ। ਫੈਂਟਰੀ ਕਹਿੰਦੇ ਨਾ ਆਪਾਂ ਪਿੰਡਾਂ ਦੀ ਦੇਸੀ ਭਾਸ਼ਾ 'ਚ, ਜੇ ਕਹਿੰਦੇ ਹੁੰਦੇ ਪੀ ਕੇ ਕੁੱਟ ਚੁੱਕ ਦਿਆਂਗੇ ਫੱਟੇ, ਬਾਈ ਫਿਕਰ ਨਾ ਕਰੀ। ਜਦ ਕਿ ਕੋਈ ਮੁਸੀਬਤ ਪਈ ਤੋਂ ਕੋਈ ਸਾਥ ਦਿੰਦਾ ਨਹੀਂ। ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੁੰ ਦਿਸ ਘੇਰੈ, ਬੇਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰੈ। ਬਾਣੀ ਦਾ ਫੈਸਲਾ ਹੋ ਗਿਆ। ਕਹਿੰਦੇ ਗੱਲਾਂ ਵਾਲੇ ਬਥੇਰੇ ਹੁੰਦੇ ਨੇ, ਵੀ ਫਿਕਰ ਨਾ ਕਰੀ ਬਾਈ ਚੱਕ ਦਿਆਂਗੇ ਫੱਟੇ, ਤੇ ਫਿਰ ਵਿਪਤਾ ਪਈ ਤੋਂ ਸਭ ਭੱਜ ਜਾਂਦੇ ਆ, ਕਹਿੰਦੇ ਨੇੜੇ ਨਹੀਂ ਕੋਈ ਆਉਂਦਾ। ਪਰ ਉਮਰ ਏਦਾਂ ਦੀ ਹੁੰਦੀ ਹੈ। ਲਓ ਜੀ, ਪ੍ਰੇਮੀ ਦੀ ਸੰਗਤ ਮਾੜੀ, ਮਾੜੀ ਸੰਗਤ, ਮਾੜੀ ਸੋਚ, ਮਾੜੇ ਕਰਮ, ਨਸ਼ੇ ਕਰਨੇ, ਨਸ਼ਿਆਂ ਦੇ ਨਾਲ ਵਿਸ਼ੇ ਕਰਨੇ, ਕਹਿ ਲਓ ਬੁਰੇ ਕੰਮ। ਨਸ਼ੇ ਵਿਸ਼ੇ ਕਰਦਿਆਂ ਤਾਂ ਤੇ ਹੁਣ ਬਹੁਤ ਹੀ ਜ਼ਿਆਦਾ ਜਿਸ ਵੇਲੇ ਵਕਾਰੀ ਹੋ ਗਿਆ, ਤੇ ਇਤਿਹਾਸ ਦੱਸਦਾ ਹੈ ਕਿ ਪ੍ਰੇਮੀ ਨੂੰ ਖਾਣ ਪੀਣ ਅਤੀ ਮਾੜਾ ਹੋ ਗਿਆ, ਚਮੜੀ ਦੀ ਬਿਮਾਰੀ ਹੋ ਗਈ। ਜਿਸ ਵੇਲੇ ਚਮੜੀ ਦੀ ਬਿਮਾਰੀ ਹੋ ਗਈ, ਤੇ ਮਾਤਾ ਪਿਤਾ ਵੈਦਾਂ ਕੋਲੇ ਲੈ ਕੇ ਗਏ। ਉਹਨਾਂ ਸਮੇਂ 'ਚ ਵੈਦ ਹੁੰਦੇ, ਲੈ ਕੇ ਕੌਣ ਗਏ? ਮਾਤਾ ਪਿਤਾ। ਉਹ ਪਿਆਲੇ ਦੇ ਯਾਰ ਨਹੀਂ ਲੈ ਕੇ ਗਏ, ਮਾਤਾ ਪਿਤਾ। ਮੌਕੇ ਤੇ ਗੱਲ ਕਹਿੰਦੇ ਅੱਜ ਦੇ ਸਮੇਂ ਮੁਤਾਬਕ, ਅੱਜ ਦੇ ਸਮੇਂ ਮੁਤਾਬਕ ਕਹਿੰਦੇ ਆ ਵੀ ਐਵੇਂ ਬਾਹਲੀ ਆਕੜ ਨਾ ਕਰਿਆ ਕਰ ਫੇਸਬੁੱਕ ਵਾਲੇ ਫਰੈਂਡਾਂ ਦੀ, ਮੇਰੇ ਇੰਨੇ ਫਰੈਂਡ ਹੈ। ਰੱਬ ਨਾ ਕਰੇ, ਨਾ ਕਰੇ ਕਦੇ ਹਸਪਤਾਲ ਬੈੱਡ 'ਚ ਪੈਣਾ ਪੈ ਗਿਆ, ਫੇਸਬੁੱਕ ਵਾਲੇ ਫਰੈਂਡ ਨਹੀਂ ਆਉਣੇ। ਉਹਨਾਂ ਬੈੱਡ ਤੇ ਉਹੀ ਬੈਠਣਗੇ ਰਿਸ਼ਤੇਦਾਰ, ਭੈਣ ਭਰਾ, ਜਿਨ੍ਹਾਂ ਨਾਲ ਤੂੰ ਗੱਲਬਾਤ ਫੇਸਬੁੱਕ ਵਾਲੇ ਫਰੈਂਡਾਂ ਪਿੱਛੇ ਲਾ ਕੇ ਬੰਦ ਕਰ ਛੱਡੀ ਹੈ। ਬੋਲੋ ਸਤਿਨਾਮ। ਹਾਂਜੀ, ਗੱਲ ਨਹੀਂ ਕਰਦਾ ਨਾ ਪਰਿਵਾਰ ਨਾਲ। ਧੀ ਅੱਡ ਉਧਰਲੇ ਪਾਸੇ ਨੂੰ ਬੈਠ ਕੇ ਉਂਗਲਾਂ ਮਾਰੀ ਜਾਂਦੀਆਂ, ਪੁੱਤ ਉਧਰਲੇ ਪਾਸੇ ਬੈਠੇ ਉਂਗਲਾਂ ਮਾਰੀ ਜਾਂਦਾ, ਨੂੰਹ ਪਰਲੇ ਪਾਸੇ ਬੈਠ ਕੇ ਉਂਗਲਾਂ ਮਾਰੀ ਜਾਂਦੀਆਂ। ਸਮੇਂ ਮੁਤਾਬਕ ਗੱਲ ਕਰਨੀ ਪੈਂਦੀ ਹੈ ਨਾ। ਆਪਸੀ ਘਟ ਗਿਆ ਗੱਲਬਾਤ, ਬੈਠਣਾ, ਰਿਸ਼ਤੇਦਾਰ ਗੱਲਬਾਤ ਨਾ, ਚੈਟਿੰਗ ਰਹਿ ਗਈ। ਹੁਣ ਤਾਂ ਕਈ ਤਾਂ ਕਮਲੇ ਹੋਏ ਫਿਰਦੇ ਨੇ, ਰਾਤ ਨੂੰ 12 ਵਜੇ ਤੱਕ ਲੱਗੇ ਰਹਿੰਦੇ ਨੇ, ਕਹਿੰਦੇ ਚੈਟਿੰਗ ਚੱਲਦੀ ਆ। ਚੈਟਿੰਗ ਹੀ ਕਹਿੰਦੇ ਹੁੰਦੇ ਆ, ਮੈਨੂੰ ਤਾਂ ਪਤਾ ਵੀ ਨਹੀਂ ਬਾਹਲੀਆਂ ਗੱਲਾਂ ਦਾ, ਗੱਲਬਾਤ ਜਿਹਨੂੰ। ਹਾਂਜੀ, ਕਿ ਤੁਹਾਨੂੰ ਪਤਾ ਮੈਂ ਮੋਬਾਇਲ ਨਹੀਂ ਰੱਖਿਆ ਕਦੀ, 20 ਸਾਲ ਹੋ ਗਏ। ਸੋ ਏਦਾਂ ਕਹਿਣ ਦਾ ਭਾਵ ਕੀ ਹੈ, ਵੀ ਉਹ ਨਕਲੀ ਦੁਨੀਆ ਦੇ ਨਕਲੀ ਫਰੈਂਡ। ਗਰਾਊਂਡ ਲੈਵਲ ਦੀ ਸਥਿਤੀ ਨੂੰ ਸਮਝੋ, ਪਰਿਵਾਰਕ ਰਿਸ਼ਤੇ ਮਜ਼ਬੂਤ ਕਰੋ, ਰਿਸ਼ਤੇਦਾਰਾਂ ਨਾਲ ਪ੍ਰੇਮ ਭਾਵ ਬਣਾ ਕੇ ਰੱਖੋ। ਰਿਸ਼ਤੇ ਕਮਜ਼ੋਰ ਹੁੰਦੇ ਜਾਂਦੇ ਨੇ, ਪਰਿਵਾਰਕ ਰਿਲੇਸ਼ਨ ਅੱਜ ਬੜੇ ਕਮਜ਼ੋਰ ਹੁੰਦੇ ਜਾਂਦੇ ਆ। ਚਲੋ ਵਿਸ਼ੇ ਵੱਲ ਆਵਾਂ, ਤਾਂ ਸਮੇਂ ਮੁਤਾਬਕ ਪ੍ਰਚਾਰਕ ਨੇ ਇਸ਼ਾਰਾ ਦੇਣਾ ਹੁੰਦਾ ਨਾ। ਲਓ ਜੀ, ਹੁਣ ਪ੍ਰੇਮੀ ਨੂੰ ਜਿਸ ਵੇਲੇ ਬਿਮਾਰੀ ਹੋ ਗਈ ਚਮੜੀ ਦੀ, ਮਾਤਾ ਪਿਤਾ ਵੈਦਾਂ ਕੋਲ ਲੈ ਕੇ ਗਏ, ਦਵਾਈ ਲੈ ਆਏ, ਦੁਬਾਰਾ ਦਿਖਾਉਣ ਗਏ, ਕਿਉਂਕਿ ਫਰਕ ਨਹੀਂ ਪਿਆ। ਫਿਰ ਵੈਦ ਨੇ ਕੋਸ਼ਿਸ਼ ਕੀਤੀ, ਗੱਲ ਮੁਕਾਓ। ਤੀਜੀ ਵਾਰ ਵੈਦ ਨੇ ਕਹਿ ਦਿੱਤਾ ਕਿ ਇਸ ਨੂੰ ਚਮੜੀ ਦਾ ਕੋਹੜ ਰੋਗ ਹੋ ਗਿਆ ਲੱਗਦਾ। ਚਮੜੀ ਦੀ ਬਿਮਾਰੀ ਹੁੰਦੀ ਸੀ ਨਾ ਇੱਕ, ਇਹ ਇਲਾਜ ਹੈ ਇਹਦਾ। ਇਸ ਮੌਕੇ ਇਲਾਜ ਨਹੀਂ ਕੋਈ ਮੇਰੇ ਕੋਲ, ਤੁਸੀਂ ਇਸ ਨੂੰ ਵਾਪਸ ਲੈ ਜਾਓ। ਪਾਸੇ ਜੀ ਹੋ ਕੇ ਕਹਿਤਾ ਵੈਦ ਨੇ, ਗੁਪਤ ਕਹਿ ਲਓ, ਵੀ ਇਹ ਘਰ ਰੱਖਣ ਦੇ ਯੋਗ ਨਹੀਂ ਰਿਹਾ। ਇਹਦਾ ਕੋਈ ਤੁਹਾਡੇ ਆਪਣੇ ਤੁਸੀਂ ਖੇਤ ਪੈਲੀ ਦੇ ਵਿੱਚ ਇਹਦੀ ਕੋਈ ਛੰਨ ਪਾ ਦਿਓ, ਉੱਥੇ ਲਟਾ ਦਿਓ,
ਤੇ ਮੂੰਹ ਬੰਨ੍ਹ ਕੇ ਇਹਨੂੰ ਭੋਜਨ ਪਾਣੀ ਪਾਇਆ ਕਰੋ, ਇਹ ਘਰ ਰੱਖਣ ਦੇ ਯੋਗ ਨਹੀਂ ਰਿਹਾ, ਕਿਉਂਕਿ ਇਹ ਬਿਮਾਰੀ ਛੂਤ ਛਾਤ ਦੀ ਹੈ, ਤੁਹਾਡੇ ਸਾਰੇ ਟੱਬਰ ਨੂੰ ਲੱਗ ਸਕਦੀ ਹੈ। ਇੰਨਾ ਕਹਿ ਕੇ ਵੈਦ ਨੇ ਵਾਪਸ ਕਰ ਦਿੱਤੇ। ਉਹ ਜਦੋਂ ਪਤਾ ਲੱਗਿਆ ਜਿਹੜੇ ਨਾਲ ਵਾਲੇ ਸੀ ਵੀ ਪ੍ਰੇਮੀ ਨੂੰ ਛੂਤ ਛਾਤ ਦੀ ਬਿਮਾਰੀ ਹੋ ਗਈ, ਹੋਰ ਨੂੰ ਵੀ ਲੱਗ ਸਕਦੀ ਹੈ, ਉਹ ਜਿਹੜੇ ਕਹਿੰਦੇ ਹੁੰਦੇ ਸੀ ਫਿਕਰ ਨਾ ਕਰੀ ਤੇਰੇ ਨਾਲ ਮਰਾਂਗੇ, ਉਹ ਤਾਂ ਮੁੜ ਕੇ ਕਦੇ ਪਤਾ ਲੈਣ ਵੀ ਨਹੀਂ ਆਏ, ਉਹਦਾ ਕਦੇ ਪਤਾ ਕਰਨ ਵੀ ਨਹੀਂ ਆਏ। ਜਿਹੜੇ ਮਰਨ ਦੀਆਂ ਗੱਲਾਂ ਕਰਦੇ ਸੀ ਨਾ, ਉਹ ਪਤਾ ਲੈਣ ਨਹੀਂ ਆਏ ਕਦੇ ਮੁੜ ਕੇ। ਚਲੋ ਮਾਤਾ ਪਿਤਾ ਨੇ ਕੋਸ਼ਿਸ਼ ਤਾਂ ਬਹੁਤ ਕੀਤੀ, ਵੈਦਾਂ ਕੋਲ ਲੈ ਕੇ ਵੀ ਗਏ, ਅਖੀਰ ਨੂੰ ਜਦੋਂ ਬੇਵੱਸ ਹੋ ਗਈ, ਹੁਣ ਜੀ ਤਾਂ ਕਰਦਾ ਨਹੀਂ ਸੀ, ਅਖੀਰ ਨੂੰ ਗੱਲ ਮੁਕਾਓ ਮਾਤਾ ਪਿਤਾ ਨੇ ਵੀ ਇਤਿਹਾਸ ਦੱਸਦਾ ਵੀ ਖੇਤ ਛੰਨ ਪਾ ਦਿੱਤੀ, ਉਹਦੀ ਛੱਪਰੀ ਬੰਨ੍ਹ ਦਿੱਤੀ, ਉੱਥੇ ਲਟਾ ਦਿੱਤਾ, ਉੱਥੇ ਹੁਣ ਭੋਜਨ ਪਾਣੀ ਪਾ ਆਉਂਦੇ ਆ। ਬਿਮਾਰੀ ਵੱਧਦੀ ਗਈ, ਹਾਥੀ ਚਮੜਾ ਬਣ ਗਿਆ, ਲਹੂ ਨਿਕਲਦਾ, ਪਾਕ ਨਿਕਲਦੀ ਆ, ਮੱਖੀਆਂ ਭਿਣਕਦੀਆਂ, ਮੁਸ਼ਕ ਮਾਰਦੀ। ਇਹ ਹਾਲਾਤ ਬਣ ਗਏ, ਇਹ ਹਾਲਾਤ ਬਣ ਗਏ ਜਿਸ ਵੇਲੇ ਰੋਗੀ ਹੋ ਗਿਆ, ਪੱਕਾ ਰੋਗੀ ਬਣ ਗਿਆ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ ਵਾਲੀ ਹਾਲਤ ਹੋ ਗਈ। ਲਓ ਜੀ, ਜਿਸ ਵੇਲੇ ਹੁਣ ਛੰਨ ਦੇ ਤਾਂ ਦੂਰ ਦੀ ਲੰਘਦਾ, ਕੋਈ ਨੇੜੇ ਨਹੀਂ ਖੜਦਾ, ਤੇ ਕਈ ਵਾਰ ਜਦੋਂ ਇਦਾਂ ਦੇ ਹਾਲਾਤ ਬਣ ਜਾਣ ਤੇ ਦੁੱਖ ਦਾਰੂ ਵੀ ਬਣ ਜਾਂਦਾ ਹੈ। ਹੁਣ ਇਹੀ ਹਾਲਤ ਪ੍ਰੇਮੀ ਤੇ ਵਾਪਰੀ। ਹੁਣ ਪ੍ਰੇਮਾ ਪਰਮੇਸ਼ਰ ਨੂੰ ਯਾਦ ਕਰਦਾ ਹੈ, ਤੇ ਯਾਦ ਕਰਦਾ ਵੀ ਹੁਣ ਸੱਚੇ ਮਨੋਂ ਹੈ। ਇਹ ਹਮੇਸ਼ਾ ਹੀ ਹੁੰਦਾ ਹੈ, ਜਦੋਂ ਕਿਤੇ ਕੁਛ ਕੰਮ ਅੜਿਆ ਹੋਵੇ, ਉਦੋਂ ਫਿਰ ਆਪਣੇ ਆਪ ਹੀ ਸੱਚੇ ਮਨੋਂ ਯਾਦ ਕਰਦਾ ਹੈ ਅੰਦਰੋਂ ਹੀ। ਬਾਣੀ 'ਚ ਵੀ ਵਚਨ ਆਉਂਦਾ ਨਾ, ਕਬੀਰ ਕਾਮ ਪਰੇ ਹਰ ਸਿਮਰੀਐ, ਐਸਾ ਸਿਮਰੋ ਨਿਤ, ਅਮਰਾਪੁਰ ਵਾਸਾ ਕਰੋ, ਹਰ ਗਿਆ ਬਹੋਰੈ ਬਿੱਤ। ਕਬੀਰ ਸਾਹਿਬ ਕਹਿੰਦੇ ਜਦੋਂ ਕੋਈ ਕੰਮ ਪੈ ਜਾਵੇ, ਕਿਤੇ ਜਾਨ ਫਸੀ ਹੋਵੇ, ਕਹਿਣ ਦਾ ਭਾਵ, ਉਦੋਂ ਕਹਿੰਦੇ ਫਿਰ ਕਿਵੇਂ ਰੱਬ ਨੂੰ ਪਰਮੇਸ਼ਰ ਨੂੰ ਕੋਈ ਯਾਦ ਕਰਦਾ, ਕਹਿੰਦੇ ਇਹਦਾ ਨਿੱਤ ਯਾਦ ਕਰ ਲਿਆ ਕਰੋ। ਨਾਲ ਜਵਾਬ ਵੀ ਮਿਲ ਗਿਆ, ਜਿਹੜੇ ਪੁੱਛਦੇ ਰਹਿੰਦੇ ਨੇ ਨਾ ਵੀ ਕਿਵੇਂ ਪਰਮੇਸ਼ਰ ਨੂੰ ਯਾਦ ਕਰੀਏ। ਕਬੀਰ ਸਾਹਿਬ ਕਹਿੰਦੇ ਜਦੋਂ ਕਿਤੇ ਕੰਮ ਜਿਹਾ ਫਸ ਜਾਂਦਾ ਹੈ, ਜਾਨ ਜੀ ਫਸ ਜਾਂਦੀ ਹੈ, ਉਦੋਂ ਕਿਵੇਂ ਕਰਦੇ ਹੁੰਦੇ ਹੋ? ਕਹਿੰਦੇ ਐਵੇਂ ਨਿੱਤ ਕਰ ਲਿਆ ਕਰੋ, ਹੋਰ ਯੁਕਤੀ ਕਿਹੜੀ ਹੁੰਦੀ ਹੈ, ਆਈ ਕਰ ਲਿਆ ਕਰੋ ਕਹਿੰਦੇ ਨਿੱਤ। ਲਓ ਜੀ, ਹੁਣ ਪ੍ਰੇਮਾ ਪਰਮੇਸ਼ਰ ਨੂੰ ਯਾਦ ਕਰਦਾ ਹੈ ਸੱਚੇ ਮਨੋਂ, ਸੱਚੇ ਮਨੋਂ, ਕਿਉਂਕਿ ਤਕਲੀਫ ਆਈ ਤੇ ਦਿਮਾਗ ਸੈੱਟ ਹੋ ਗਿਆ, ਮਸਤੀ ਤਾਂ ਨਿਕਲ ਗਈ ਸਾਰੀ, ਜਿਹੜੀ ਮਸਤੀ ਚੜੀ ਹੋਈ ਸੀ ਜਵਾਨੀ ਦੀ, ਅਮੀਰੀ ਦੀ। ਲਓ ਜੀ, ਇਸ ਵੇਲੇ ਪਰਮੇਸ਼ਰ ਨੂੰ ਯਾਦ ਕਰਦਾ ਸੱਚੇ ਮਨੋਂ ਨਾ ਕੋਈ, ਤੇ ਪਰਮੇਸ਼ਰ ਕਿਰਪਾ ਕਰਦਾ। ਕਿਰਪਾ ਕਰਨ ਦੇ ਉਹਦੇ ਤਰੀਕੇ ਨੇ, ਉਹ ਕੋਈ ਵਿਧ ਬਣਾ ਦਿੰਦਾ। ਵਿਧ ਸਮਝ ਗਏ ਨਾ, ਵਿਧ ਕਹਿ ਲਓ, ਸਬੱਬ ਕਹਿ ਲਓ, ਸਬੱਬ, ਕਾਰਨ ਵੀ ਕਹਿੰਦੇ ਨੇ, ਕੋਈ ਕਾਰਨ ਬਣਾ ਦਿੰਦਾ ਵੀ ਕਾਰਨ ਐਵੇਂ ਨਹੀਂ ਬਣ ਜਾਂਦੇ। ਆਪਾਂ ਕਈ ਵਾਰੀ ਨਹੀਂ ਕਹਿ ਦਿੰਦੇ ਵੀ ਆਹ ਕਾਰਨ ਬਣ ਗਿਆ ਜੀ ਤਾਂ ਇਹ ਹੋ ਗਿਆ, ਕਾਰਨ ਸਬੱਬ ਵਿਧ। ਬਾਣੀ 'ਚ ਦੇਖਿਆ ਵੀ ਕਾਰਨ ਕਿਹੜਾ ਕੋਈ ਆਪੇ ਹੀ ਬਣ ਜਾਂਦੇ ਆ, ਤੁਸੀਂ ਸੋਚੋ ਵੀ ਕਾਰਨ ਕੋਈ ਆਪੇ ਹੀ ਬਣਦੇ ਫਿਰਦੇ ਆ, ਉਹ ਵੀ ਉਹਦੇ ਵੱਸ 'ਚ ਹੈ। ਕਾਰਨ ਵੀ ਪੜੋ ਪ੍ਰਮਾਣ, ਕਾਰਨ ਕਰਤੇ ਵਸ ਹੈ, ਕਾਰਨ ਕਰਤੇ ਵਸ ਹੈ, ਜਿਨ ਕਲ ਰੱਖੀ ਧਾਰ। ਜਿਸ ਪਰਮੇਸ਼ਰ ਦੀ ਕਲਾ ਨੇ ਇਹ ਸਾਰੀ ਸ੍ਰਿਸ਼ਟੀ ਨੂੰ ਧਾਰਨ ਕੀਤਾ ਹੋਇਆ ਹੈ, ਜਿਨ ਕਲ ਰੱਖੀ ਧਾਰ, ਤਾਂ ਤੇ ਉਹ ਉਹੀ ਕਾਰਨ ਬਣਾਉਣ ਵਾਲਾ ਹੈ। ਕਾਰਨ ਉਹਦੇ ਵੱਸ 'ਚ ਹੀ ਹੈ, ਕਾਰਨ ਕਿਹੜਾ ਕੋਈ ਆਪੇ ਬਣ ਜਾਂਦੇ ਆ, ਬਣਾ ਦਿੰਦਾ। ਬਿਲਕੁਲ ਢੋ ਢਕਾਉਣ ਦਾ ਸੌਖਾ ਲਫ਼ਜ਼ ਹੋਰ ਆ ਗਿਆ ਇੱਕ, ਢੋ ਢਕਾ ਦਿੰਦਾ ਕੋਈ ਮਾਲਕ, ਢਕਾ ਦਿੰਦਾ, ਢੋ ਭਾਵਨਾ ਹੋ ਗਈ। ਲਓ ਜੀ, ਹੁਣ ਪਰਮੇਸ਼ਰ ਨੂੰ ਯਾਦ ਕਰਦਾ ਪ੍ਰੇਮਾ ਵੀ ਮਾਲਕ ਜੀ ਕੋਈ ਮੇਰਾ ਵੀ ਭਲਾ ਹੋ ਜੇ, ਕੋਈ ਕਰੋ ਕਿਰਪਾ ਕੋਈ। ਲਓ ਜੀ, ਕੀ ਹੋਇਆ, ਮਾਲਕ ਨੇ ਢੋ ਢਕਾਤੀ, ਕਾਰਨ ਬਣ ਗਿਆ, ਸਬੱਬ ਬਣ ਗਿਆ। ਗੋਇੰਦਵਾਲ ਸਾਹਿਬ ਦਾ ਸਾਲਾਨਾ ਜੋੜ ਮੇਲਾ ਆ ਗਿਆ, ਗੋਇੰਦਵਾਲ ਸਾਹਿਬ ਦਾ। ਤੇ ਉਹਨਾਂ ਸਮਿਆਂ 'ਚ ਆਪਾਂ ਨੂੰ ਪਤਾ ਸੰਗਤਾਂ ਪੈਦਲ ਜਾਂਦੀਆਂ ਹੁੰਦੀਆਂ, ਕੱਚੇ ਰਾਹ ਹੁੰਦੇ, ਭਾਵਨਾ ਪਿਆਰ ਬਹੁਤ ਹੁੰਦਾ, ਗੁਰਬਾਣੀ ਬਹੁਤ ਯਾਦ ਹੁੰਦੀ ਸੰਗਤਾਂ ਦੇ, ਤੇ ਜੋਟੀਆਂ ਦੇ ਵਿੱਚ ਸ਼ਬਦ ਪੜ੍ਹਦੇ ਜਾਂਦੇ। ਇਹ ਸਮਾਂ ਸੀ। ਲਓ ਜੀ, ਇਸ ਵੇਲੇ ਹੁਣ ਢੋਕੀ ਢੁਕਾਇਆ ਵੀ ਇੱਕ ਜਥਾ ਆ ਰਿਹਾ ਹੈ ਗੋਇੰਦਵਾਲ ਸਾਹਿਬ ਜਾਣ ਵਾਸਤੇ। ਲਓ ਜੀ, ਵਿਧ ਬਣ ਗਈ ਵੀ ਖਾਈ ਪਿੰਡ ਆ ਕੇ
ਸ਼ਾਮਾਂ ਪੈ ਗਈਆਂ ਜਥੇ ਨੂੰ, ਸ਼ਾਮ ਪੈ ਗਈ ਕਹਿ ਲਓ। ਜਿਸ ਵੇਲੇ ਕੀ ਹੋਇਆ, ਜਥੇ ਨੇ ਫੈਸਲਾ ਕਰ ਲਿਆ ਵੀ ਐਸੇ ਪਿੰਡ ਦੇ ਵਿੱਚ ਹੀ ਪੜਾ ਕਰ ਲਈਏ, ਇੱਥੇ ਹੀ ਪੜਾ ਕਰ ਲਓ, ਇਦੋਂ ਅੱਗੇ ਫਿਰ ਕੱਲ ਚਾਲੇ ਪਾਵਾਂਗੇ। ਲਓ ਜੀ, ਉਸ ਜਥੇ ਨੇ, ਗੁਰੂ ਦੇ ਪਿਆਰਿਆਂ ਨੇ ਕਹਿ ਲਓ, ਉਸ ਪਿੰਡ ਦੇ ਵਿੱਚ ਪੜਾ ਕਰ ਲਿਆ, ਖਾਈ ਪਿੰਡ ਦੇ ਵਿੱਚ। ਤੇ ਪਿੰਡ ਵਾਲਿਆਂ ਨੂੰ ਵੀ ਬੜਾ ਚਾਅ ਚੜਿਆ ਵੀ ਇਹ ਤਾਂ ਜਥੇ ਨੇ ਆਪਣੇ ਪਿੰਡ 'ਚ ਪੜਾ ਕਰ ਲਿਆ ਤੇ ਗੁਰਮੁਖਾਂ ਦੀ ਸੰਗਤ ਮਿਲੂ, ਵਚਨ ਸੁਣਾਂਗੇ। ਪਿੰਡ ਵਾਲਿਆਂ ਨੇ ਵੀ ਬੜੇ ਚਾਅ ਪਿਆਰ ਨਾਲ ਸੇਵਾ ਕੀਤੀ, ਭੋਜਨ ਪਾਣੀ ਛਕਾਇਆ। ਰਾਤੀ ਵਿਚਾਰਾਂ ਹੋਈਆਂ ਤੇ ਜਦੋਂ ਕਿਤੇ ਸ਼ਬਦ ਪੜ੍ਹਦੇ ਆ ਗੁਰਸਿੱਖ, ਦੂਰ ਤੱਕ ਆਵਾਜ਼ ਜਾਂਦੀ ਹੈ, ਕਿਉਂ ਪ੍ਰਦੂਸ਼ਣ ਵੀ ਘੱਟ ਹੁੰਦਾ ਸੀ, ਤਾਕਤ ਵੀ ਹੁੰਦੀ ਸੀ ਗਲਿਆਂ ਦੇ ਵਿੱਚ। ਬਿਨਾਂ ਸਪੀਕਰ ਤੋਂ ਹੀ ਆਵਾਜ਼ਾਂ ਜ਼ਿਆਦਾ ਦੂਰ ਜਾਂਦੇ, ਹੁਣ ਤਾਂ ਸਪੀਕਰ ਨਾਲ ਨਹੀਂ ਜਾਂਦੀ, ਕਈ ਵਾਰੀ ਆਉਂਦੀ। ਹੁਣ ਜਿਸ ਵੇਲੇ ਸ਼ਾਮਾਂ ਨੂੰ ਦੀਵਾਨ ਸਜਿਆ ਕਹਿ ਲਓ ਖਾਈ ਪਿੰਡ ਦੇ ਵਿੱਚ, ਤੇ ਆਵਾਜ਼ ਕੰਨਾਂ 'ਚ ਪੈਂਦੀ ਹੈ ਪ੍ਰੇਮੀ ਦੇ ਜਾ ਕੇ, ਟਿੱਕੀ ਰਾਤ ਹੈ। ਅੱਜ ਬਹੁਤ ਸਮੇਂ ਤੋਂ ਪਹਿਲੀ ਵਾਰ ਸ਼ਾਂਤੀ ਆਈ ਹੈ, ਕਿਉਂ ਧਿਆਨ ਟਿਕ ਜਾਂਦਾ ਨਾ। ਜਿਸ ਵੇਲੇ ਧਿਆਨ ਇਕਾਗਰ ਹੋ ਗਿਆ ਤੇ ਸੁਰਤ ਹੈ ਨਾ ਜਿਹੜੀ, ਉਹ ਸਰੀਰਕ ਦੁੱਖ ਤੋਂ ਉੱਪਰ ਚਲੀ ਜਾਂਦੀ ਹੈ। ਸਰੀਰ ਤਲ ਤੇ ਦੁੱਖ ਤਾਂ ਹੁੰਦਾ ਹੀ ਹੈ, ਪਰ ਸੁਰਤ ਦੁੱਖ ਤੋਂ ਉੱਪਰ ਚਲੀ ਜਾਂਦੀ ਹੈ। ਦੁੱਖ ਦੁਖੀ ਕਰਨੋਂ ਹਟ ਜਾਂਦਾ, ਸਮਝਦੇ ਹੋ ਨਹੀਂ? ਪਕੜ ਚ ਨਹੀਂ ਆਈ ਗੱਲ ਨਾ। ਆਹ ਦੇਖੋ, ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ, ਦੁੱਖ ਦੁਖੀ ਕਰਨੋਂ ਹਟ ਜਾਂਦਾ, ਦੁੱਖ ਦੁਖੀ ਕਰਨੋਂ ਹਟ ਜਾਂਦਾ। ਹਾਂਜੀ, ਕਿ ਸੁਰਤ ਉੱਪਰ ਚਲੀ ਗਈ, ਇਕਾਗਰ ਹੋ ਕੇ ਉੱਚੀ ਹੋ ਗਈ ਸੁਰਤ। ਹੁਣ ਭਾਈ ਮਤੀ ਦਾ ਸੁਰਤ ਉੱਚੀ ਹੈ ਨਾ, ਫਿਰ ਆਰੇ ਨਾ ਚੀਰਤਾ ਘਬਰਾਇਆ ਨਹੀਂ, ਤਾਂ ਇਤਿਹਾਸਕ ਪ੍ਰਮਾਣ ਹੈ। ਚਲੋ ਇਹ ਤਾਂ ਚਲੋ ਦੁੱਖ ਦੀ ਗੱਲ ਵੱਖਰੀ ਹੈ। ਲਓ ਜੀ, ਅੱਜ ਪਹਿਲੀ ਵਾਰ ਧਿਆਨ ਇਕਾਗਰ ਹੋਇਆ, ਸੁਰਤ ਉੱਚੀ ਹੋਈ ਹੈ। ਅੱਜ ਦੁੱਖ ਦਾ ਨਹੀਂ ਅਹਿਸਾਸ ਹੋਇਆ, ਅੱਜ ਸੁੱਖ ਦਾ ਅਹਿਸਾਸ, ਸ਼ਾਂਤੀ ਆਈ ਅੱਜ ਮਨ ਨੂੰ ਪਹਿਲੀ ਵਾਰ, ਟਿਕਾ ਆਇਆ। ਕਿਉਂਕਿ ਜਦੋਂ ਇਕਾਗਰਤਾ ਬਣ ਜਾਵੇ, ਟਿਕਿਆ ਮਨ ਨਾ ਸ਼ਾਂਤ ਹੋ ਜਾਂਦਾ। ਕੌਂਸਟੈਂਟੇਸ਼ਨ ਹੁੰਦੀ ਹੈ ਨਾ, ਇਕਾਗਰਤਾ ਕਹਿ ਲਓ ਪੰਜਾਬੀ 'ਚ। ਇਕਾਗਰ ਹੋਇਆ ਮਨ ਸੁਖੀ ਤੇ ਸ਼ਾਂਤ ਹੁੰਦਾ, ਪੀਸ ਆਫ ਮਾਈਂਡ। ਤੇ ਹੁਣ ਨਾਲ ਨਾਲ ਹੱਥ ਜੋੜ ਜੋੜ ਬੇਨਤੀਆਂ ਕਰਦਾ, ਮਾਲਕ ਜੀ ਆਹ ਤਾਂ ਕੋਈ ਨਾ ਆਪਦੇ ਪਿਆਰਿਆਂ ਦਾ ਜਥਾ ਸਾਡੇ ਪਿੰਡ ਵਿੱਚ ਆ ਕੇ ਰੁਕਿਆ ਲੱਗਦਾ, ਕੋਈ ਕਰ ਦਿਓ ਕਿਰਪਾ, ਆਪ ਦੇ ਇਹਨਾਂ ਪਿਆਰਿਆਂ ਦਾ ਮੇਲ ਹੋ ਜੇ, ਮੇਰਾ ਵੀ ਕੋੜੀ ਦਾ ਭਲਾ ਹੋ ਜੇ। ਏਦਾਂ ਬੇਨਤੀਆਂ ਕਰਦਾ, ਆਵਾਜ਼ਾਂ ਵੀ ਪੈਂਦੀਆਂ ਨਾਲ ਨਾਲ, ਬੇਨਤੀ ਵੀ ਅੰਦਰੋਂ ਆਉਂਦੀ ਹੈ, ਸਫੁੱਟ ਹੁੰਦੀ ਹੈ ਅੰਦਰੋਂ। ਚਲੋ ਗੱਲ ਮੁਕਾਓ, ਸਮਾਪਤੀ ਹੋ ਗਈ। ਵਿਸ਼ਰਾਮ ਕੀਤਾ, ਸੰਗਤਾਂ ਨੇ ਆਰਾਮ ਕੀਤਾ। ਸੁਬਾਹ ਜਲਦੀ ਉੱਠੀਆਂ ਸੰਗਤਾਂ, ਇਸ਼ਨਾਨ ਕੀਤਾ ਵੀ ਚਲੋ ਥੋੜਾ ਬਹੁਤਾ ਹਲਕਾ ਜਿਹਾ ਕੋਈ ਛਕਿਆ, ਕੁਝ ਵੀ ਚਾਲੇ ਪਾ ਦਈਏ। ਕਿਉਂ ਸੁਬਾਹ ਤੜਕੇ ਕਹਿ ਲਓ ਵੀ ਬਾਟ ਨਿਬੜ ਜਾਂਦੀ ਹੈ। ਸੁਬਾਹ ਜਲਦੀ, ਹਲੇ ਤੱਕ ਹਨੇਰਾ ਹੈ, ਚਾਲੇ ਪਾਤੇ ਵੀ ਬਾਟ ਨਿਬੇੜ ਲਾਂਗੇ। ਚਾਲੇ ਪਾਏ, ਮੂੰਹ ਸੋਝਲਾ ਜਾ ਕਹਿ ਦਿੰਦੇ ਹੁੰਦੇ ਆ, ਇਹ ਠੇਠ ਪੰਜਾਬੀ ਦੇ ਲਫ਼ਜ਼ ਪਿੰਡਾਂ ਦੇ ਵਿੱਚ, ਲਿਖਤੀ ਵਿੱਚ ਲਫ਼ਜ਼ ਤਾਂ ਨਹੀਂ ਆਉਂਦੇ, ਸਿੱਧੀ ਗੱਲ ਹੈ, ਮੂੰਹ ਸੋਝਲਾ ਜਾ ਕਹਿ ਦਿੰਦੇ ਹਨ। ਏਦਾਂ ਹੋਇਆ ਜਿਸ ਵੇਲੇ ਲਓ ਜੀ ਸੰਗਤਾਂ ਚੱਲ ਪਈਆਂ, ਤੇ ਉਧਰ ਕੀ ਹੋਇਆ, ਅਗਲਾ ਕਾਰਨ ਹੋਰ ਬਣ ਗਿਆ ਵੀ ਉਹ ਜਥਾ ਉਹ ਰਾਹ ਪੈ ਗਿਆ ਜਿਹੜੇ ਰਾਹ ਦੇ ਕਿਨਾਰੇ ਦੇ ਉੱਤੇ ਪ੍ਰੇਮੀ ਦੀ ਛੰਨ ਹੈ, ਉਸ ਰਾਹ ਪੈ ਗਿਆ ਜਥਾ। ਜਦੋਂ ਉਸ ਰਾਹ ਪਿਆ ਜਥਾ ਤੇ ਹੁਣ ਆ ਰਿਹਾ ਜਥਾ, ਤੇ ਉਧਰੋਂ ਜਥੇ ਨੇ ਇਤਿਹਾਸ ਦੱਸਦਾ ਵੀ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਲਿਆ, ਕਿਉਂ ਕੰਠ ਹੈ ਬਾਣੀ। ਹੁਣ ਜੋਟੀਆਂ ਵਿੱਚ ਸ਼ਲੋਕ ਸ਼ਬਦ ਪੜ੍ਹਦੇ ਆਉਂਦੇ ਆ। ਨੇੜੇ ਆ ਗਿਆ ਜਥਾ ਜਦੋਂ, ਤੇ ਐਂ ਕੰਨਾਂ 'ਚ ਆਵਾਜ਼ ਪੈਂਦੀ ਹੈ ਪ੍ਰੇਮੀ ਦੇ, ਪੂਰਾ ਧਿਆਨ ਟਿਕ ਗਿਆ ਸੁਣਨ ਵਿੱਚ। ਇਤਿਹਾਸ ਦੱਸਦਾ ਵੀ ਇਹ ਸ਼ਲੋਕ ਚੱਲ ਰਿਹਾ ਜਦੋਂ ਜਥਾ ਬਿਲਕੁਲ ਨੇੜੇ ਪਹੁੰਚ ਗਿਆ ਛੰਨ ਦੇ, ਜਿਹਦੇ ਵਿੱਚ ਪ੍ਰੇਮਾ ਕੋੜੀ ਹੋਇਆ ਪਿਆ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਵੈਸਨਹਾਰ। ਚਲਦੇ ਚਲਦੇ ਜਦੋਂ ਇਹ ਪੰਕਤੀ ਆਈ ਨਾ ਕੰਨਾਂ 'ਚ ਪਈ, ਕੂੜ ਕੂੜਾ ਨਹੀਂ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚਿਆ ਦੋਸਤੀ ਸਭ ਜੱਗ ਚੱਲਣਹਾਰ। ਹੁਣ ਗੁਰਬਾਣੀ ਹੈ ਤਾਂ ਸਾਰਿਆਂ ਵਾਸਤੇ, ਪਰ ਪ੍ਰੇਮੀ ਦੇ ਤੀਰ ਲੱਗ ਗਿਆ, ਪਤਾ ਨਹੀਂ ਕਦੋਂ ਕਿਹੜਾ ਤੀਰ ਵੱਜ ਜੇ। ਕਹਿੰਦਾ ਆ ਤਾਂ ਮਨਾਓ, ਤੈਨੂੰ ਹੀ ਕਹਿ ਰਹੇ ਜਿਵੇਂ ਗੁਰੂ ਸਾਹਿਬ,
ਕੂੜਾ ਨਹੀਂ ਹੋ ਲੱਗਾ ਵੀ ਝੂਠੇ ਦਾ ਝੂਠੇ ਨਾਲ ਪਿਆਰ ਪੈ ਗਿਆ, ਆਪਦੇ ਤੇ ਲਾ ਲਈ। ਹਰ ਇੱਕ ਨੇ ਬਾਣੀ ਆਪਣੀ ਦੀ ਲਾਉਣੀ ਹੁੰਦੀ ਹੈ ਨਾ। ਹੁਣ ਪ੍ਰੇਮੇ ਨੂੰ ਅੰਦਰ ਹੀ ਮਨੋ ਮਣੀ ਕਹੇ ਵੀ ਮਣਾ ਪ੍ਰੇਮਿਆ ਆਪਣੇ ਆਪ ਨੂੰ ਨਾ ਲੈ ਕੇ ਤੂੰ ਵੀ ਝੂਠਾ ਤੇ ਤੇਰਾ ਪਿਆਰ ਵੀ ਪੈ ਗਿਆ ਝੂਠਿਆਂ ਨਾਲ। ਕੂੜਾ ਨਹੀਂ ਲੱਗਾ। ਹੁੰਦਾ ਕੀ ਹੈ, ਜਿਸ ਵੇਲੇ ਝੂਠੇ ਦਾ ਝੂਠੇ ਨਾਲ ਪਿਆਰ ਪੈ ਜਾਵੇ ਤਾਂ ਸਾਰਿਆਂ ਤੋਂ ਪਹਿਲਾਂ ਫਿਰ ਕਹਿੰਦੇ ਕਰਤਾਰ ਭੁੱਲਦਾ ਹੈ, ਵਿਸਰਿਆ ਕਰਤਾਰ ਦਾ ਭਾਵ ਵੀ ਜੋ ਮੈਨੂੰ ਪੈਦਾ ਕਰਨ ਵਾਲਾ ਹੈ, ਕ੍ਰੀਏਟਰ ਕਹਿ ਦਿੰਦੇ ਆਪਾਂ ਅੰਗਰੇਜ਼ੀ ਦੇ ਵਿੱਚ। ਸੋ ਜਿਸ ਵੇਲੇ ਮਾੜੀ ਸੰਗਤ ਵਿੱਚ ਪਰਮੇਸ਼ਰ ਭੁੱਲਦਾ, ਪਹਿਲਾਂ ਕਰਤਾ ਭੁੱਲਦਾ, ਆਪਣਾ ਰਚਨਹਾਰ ਕਹਿ ਲਓ ਸੌਖੇ ਢੰਗ ਨਾਲ। ਇਹ ਤਾਂ ਰਚਨ ਰਚਿਆ ਕਰਤਾਰ, ਇਹ ਸਾਰਾ ਰਚਨਾ ਨਾ ਕਰਤਾਰ ਨੇ ਰਚਿਆ। ਲੱਗਾ ਵੀ ਅੱਜ ਕਰਤਾਰ ਤੋਂ ਮਨੁੱਖ ਨੂੰ ਫਿਰਦੇ ਗਏ। ਇਹ ਤਾਂ ਰਚਨ ਰਚਿਆ ਕਰਤਾਰ। ਕਿਤੇ ਆਪਾਂ ਪੜ੍ਹਦੇ ਹੀ ਬਾਰੀ ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣਾ ਸੋਈ ਕਰਤਾ। ਸੋ ਏਦਾਂ ਜਿਸ ਵੇਲੇ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਕਿੰਨੀ ਪ੍ਰਮਾਣ ਦੇਖੋ ਬਾਣੀ ਚ, ਜਿਨ ਰਚਨਾ ਰਚੀ ਹੈ ਕਰਤਾਰ, ਜਿਹਨੂੰ ਗੁਰੂ ਨਾਨਕ ਸਾਹਿਬ ਬਾਣੀ ਚ ਵੀ ਕਹਿੰਦੇ ਆ ਬੋਲੋ ਸੱਚ ਨਾਮ ਕਰਤਾਰ। ਬਚਨਾ ਨਾ ਪੰਕਤੀ, ਬੋਲੋ ਸੱਚ ਨਾਮ ਕਰਤਾਰ। ਹੁਣ ਪਹਿਲਾਂ ਤਾਂ ਆਪਣੇ ਕਰਤੇ ਨੂੰ ਭੁੱਲਦਾ, ਫਿਰ ਮਾਲਕ ਨੂੰ ਭੁੱਲਦਾ ਫਿਰ ਇਹ ਪਾਗਲਪਨ ਅੰਦਰ ਆ ਜਾਂਦਾ ਬੁਰੀ ਸੰਗਤ ਕਰਕੇ। ਕਰਤੇ ਨੂੰ ਭੁੱਲਣਾ ਪਾਗਲਪਨ ਪਤਾ ਕਿਉਂ ਕਿਸੇ ਸੌਖੇ ਢੰਗ ਨਾਲ ਕਹਿੰਦੇ ਆ। ਪਾਗਲਪਨ ਸੇਬ ਕਹਿੰਦਾ, ਇਹਦਾ ਉਦਾਹਰਨ ਹੈ, ਸੇਬ ਨਹੀਂ ਬੋਲਦਾ, ਇਹ ਉਦਾਹਰਨਾਂ ਹੁੰਦੀਆਂ। ਸੇਬ ਕਹਿੰਦਾ ਕੋਈ ਬੂਟਾ ਬਾਟਾ ਨਹੀਂ, ਮੈਂ ਹੀ ਐ, ਕੋਈ ਬੂਟਾ ਬਾਟਾ ਨਹੀਂ। ਹੁਣ ਕੀ ਕਹਾਂਗੇ ਵੀ ਕਮਲਿਆ ਤੂੰ ਕਿੱਥੋਂ ਆ ਗਿਆ, ਕਮਲ ਹੀ ਕਹਾਂਗੇ ਫਿਰ ਆਪਾਂ। ਬੂੰਦ ਕਹਿੰਦੀ, ਹੁਣ ਬੂੰਦ ਕਮਲੀ ਹੋਈ ਫਿਰ ਅਹੰਕਾਰ ਚ, ਕਹਿੰਦੀ ਕੋਈ ਸਾਗਰ ਸੂਗਰ ਨਹੀਂ। ਹੰਕਾਰ ਦੀ ਬੋਲੀ ਆਈ ਹੁੰਦੀ ਹੈ ਨਾ, ਸਾਗਰ ਤੇ ਸੂਗਰ ਵੀ ਨਾਲ ਕਹੂ ਕਿ ਸੌਖੀ ਢੰਗ ਨਾਲ ਸਮਝਣਾ। ਕੋਈ ਸਾਗਰ ਸੂਗਰ ਨਹੀਂ, ਮੈਂ ਹੀ ਐ। ਤੇ ਫਿਰ ਕਹਿਣਾ ਪੈਣਾ ਕਮਲਗੇ ਤੂੰ ਕਿੱਥੋਂ ਆ ਗਈ। ਕਿਰਨਾਂ ਕਹਿੰਦੀਆਂ, ਸੂਰਜ ਦੀ ਕਿਰਨ ਕਹਿੰਦੀ ਕੋਈ ਸੂਰਜ ਸਾਰਜ ਨਹੀਂ। ਸਮਝ ਗਿਆ ਨਾ ਮੈਂ ਤਾਂ ਕਿਉਂ ਬੋਲਦਾ। ਜਦੋਂ ਆਕੜ ਚ ਹੋ ਜਾਂਦਾ ਬੰਦਾ ਮਾੜੀ ਸੰਗਤ ਕੀ ਕਹਿੰਦਾ, ਕੋਈ ਰੱਬ ਰੁੱਬ ਨਹੀਂ। ਰੱਬ ਤੇ ਰੁੱਬ ਕਹਿੰਦੇ ਨਾਲ ਹੰਕਾਰ ਚ ਇਹੀ ਹੁੰਦਾ ਨਾ, ਦੱਸਣ ਵਾਸਤੇ ਬੋਲਿਆ ਮੈਂ। ਤੇ ਬੂੰਦ ਕਹਿੰਦੀ ਕੋਈ ਸਾਗਰ ਸੂਗਰ ਨਹੀਂ। ਕਿਰਨ ਕਹਿੰਦੀ ਕੋਈ ਸੂਰਜ ਸਾਰਜ ਨਹੀਂ। ਕਿਹੜਾ ਸੂਰਜ। ਚਲੋ ਵਿਸ਼ੇ ਵੱਲ ਆਵਾਂ। ਹੁਣ ਜਿਸ ਵੇਲੇ ਕੰਨ ਚ ਆਵਾਜ਼ ਪਈ ਗੁਰਬਾਣੀ ਦੀ, ਜਦੋਂ ਝੂਠੇ ਦਾ ਝੂਠਿਆਂ ਨਾਲ ਪਿਆਰ ਪੈਂਦਾ, ਕਹਿੰਦੇ ਪਹਿਲਾਂ ਕਰਤਾਰ ਭੁੱਲਦਾ। ਹੋ ਗਿਆ ਨਾ ਉਹੀ ਕੰਮ ਵੀ ਮਨਾ ਕਿਤੇ ਆ ਪਹਿਲਾਂ ਸੁਣੇ ਹੁੰਦੇ ਵਚਨ ਗੁਰੂ ਦੇ। ਹਾਏ ਤਾਂ ਤੇਰੀ ਗੱਲ ਹੀ ਹੋ ਰਹੀ ਹੈ ਬਾਣੀ ਚ। ਵਿਸਰਿਆ ਕਰਤਾਰ ਕਿਸ ਨਾਲ ਕੀਚਾ, ਫੇਰ ਵੱਜ ਗਿਆ ਤੀਰ। ਹਾਏ ਕਿਹਦੇ ਨਾਲ ਦੋਸਤੀ ਪਾਈ, ਉਹ ਪਿਆਲੇ ਦੇ ਯਾਰਾਂ ਨਾਲ। ਇਹੀ ਦੋਸਤੀ ਕਿਤੇ ਗੁਰਮਖਾਣਾ ਪਾਈ ਹੁੰਦੀ। ਜਿਨ੍ਹਾਂ ਦਸੰਦੜਿਆ ਦੁਰਮਤ ਵੰਝੈ, ਮਿੱਤਰ ਸਾਡੜੇ ਸਹੀ। ਹਉ ਢੁੰਡੇਂਦੀ ਜਗ ਸਵਾਇਆ, ਜਨ ਨਾਨਕ ਵਿਰਲੇ ਕਈ। ਲਓ ਜੀ, ਇਸ ਵੇਲੇ ਪੰਕਤੀਆਂ ਲੱਗ ਗਈਆਂ। ਕੂੜਾ ਨਹੀਂ ਲੱਗਾ, ਵਿਸਰਿਆ ਕਰਤਾਰ ਕਿਸ ਨਾਲ ਕੀਚਾ, ਦੋਸਤੀ ਸਭ ਜਗ ਚੱਲਣ ਹਾਰ। ਬਾਣੀ ਚੱਲ ਰਹੀ ਹੈ ਤੇ ਇੱਧਰ ਪ੍ਰੇਮੀ ਨੂੰ, ਕਿਉਂਕਿ ਬਾਣੀ ਸਰਲ ਬੜੀ ਹੈ, ਅਰਥ ਭਾਵ ਇਉਂ ਸਮਝ ਆ ਰਿਹਾ। ਹੁਣ ਕਥਾ ਭਾਵ ਨੂੰ ਕਹਿ ਦੇ। ਕੀ ਦੇ ਨਾਲ ਉਹ ਪਾਵਾਂ ਦੋਸਤੀ, ਕੀ ਦੇ ਨਾਲ ਉਹ ਪਾਵਾਂ ਦੋਸਤੀ, ਕੀ ਦੇ ਨਾਲ ਉਹ ਪਾਵਾਂ ਦੋਸਤੀ, ਕੀ ਦੇ ਨਾਲ ਉਹ ਪਾਵਾਂ ਦੋਸਤੀ।
ਧਾਂ ਨਿਕਲ ਗਈ ਜਿਸ ਵੇਲੇ ਬਾਣੀ ਦੇ ਤੀਰ ਵੱਜ ਗਏ। ਉੱਚੀ ਉੱਚੀ ਲੱਗ ਗਿਆ ਬੋਲਣ, ਕਹਿੰਦਾ ਉਹ ਗੁਰੂ ਦੇ ਪਿਆਰਿਓ, ਗੁਰੂ ਦੇ ਦਰ ਤੇ ਜਾਣ ਵਾਲਿਓ, ਉਹ ਗੁਰੂ ਦਾ ਵਾਸਤਾ ਮੇਰੀ ਕੋਹੜੀ ਦੀ ਵੀ ਸੁਣ ਲਓ। ਇੱਦਾਂ ਬਾਰ-ਬਾਰ ਇਹੀ ਗੱਲ ਦੁਹਰਾਈ ਜਾਂਦਾ, ਗੁਰੂ ਦੇ ਪਿਆਰਿਓ, ਗੁਰੂ ਤੇ ਦਰ ਤੇ ਜਾਣ ਵਾਲਿਓ, ਗੁਰੂ ਦਾ ਵਾਸਤਾ ਮੇਰੀ ਕੋਹੜੀ ਦੀ ਵੀ ਸੁਣ ਲਓ। ਜਿਸ ਵੇਲੇ ਆਵਾਜ਼ਾਂ ਪਈਆਂ ਨਾ ਜਥੇ ਦੇ ਕੰਨਾਂ ਦੇ ਵਿੱਚ, ਇੱਕ ਗੁਰਸਿੱਖ ਕਹਿਣ ਲੱਗਿਆ ਵੀ ਵਿਸ਼ਰਾਮ ਲਾ ਦਿਓ। ਗੁਰਬਾਣੀ ਚੱਲ ਰਿਹਾ ਵੀ ਵਿਸ਼ਰਾਮ ਭਾਵ ਵੀ ਧਿਆਨ ਚ ਰੱਖ ਲਓ, ਪੰਕਤੀ ਨੂੰ ਰੁਕ ਜਾਓ, ਜਿਵੇਂ ਅੱਜ ਆਪਾਂ ਸੁਣਦੇ ਪੌਜ ਨਹੀਂ ਕਰ ਦਿੰਦੇ। ਕਹਿੰਦੇ ਵੀ ਵਿਸ਼ਰਾਮ ਲਾ ਲਓ। ਆਵਾਜ਼ਾਂ ਆਉਂਦੀਆਂ ਕੋਈ, ਉਹ ਸਾਹਮਣੇ ਉਹਨਾਂ ਕਿਸੇ ਛੰਨ ਵਿੱਚ ਆਵਾਜ਼ਾਂ ਆਉਂਦੀਆਂ ਕਿਸੇ ਦੁਖੀ ਦੀਆਂ। ਚਲੋ ਸੰਗਤ ਨੇ ਵਿਸ਼ਰਾਮ ਲਾ ਲਿਆ, ਪੰਕਤੀ ਧਿਆਨ ਵਿੱਚ ਰੱਖ ਲਈ ਵੀ ਇੱਥੇ ਰੁਕ ਗਏ ਆਪਾਂ, ਤੇ ਛੰਨ ਵੱਲ ਨੂੰ ਦੋ ਤਿੰਨ ਗੁਰਸਿੱਖ ਚਲੇ ਗਏ। ਜਥੇ ਨੇ ਕਹਿਤਾ ਨਾ ਵੀ ਜੋ ਦੇਖ ਕੇ ਆਓ ਤੁਸੀਂ। ਜਦੋਂ ਆਏ ਛੰਨ ਦੇ ਕੋਲ, ਉਧਰੋਂ ਦਿਨ ਚੜ੍ਹਾਅ ਹੋ ਰਿਹਾ, ਦਿਸਣ ਲੱਗ ਗਿਆ ਕੱਲ ਥੋੜਾ ਥੋੜਾ। ਕੀ ਦੇਖਣ ਵਿੱਚ ਆਇਆ ਵੀ ਕੋਈ ਚਮੜੀ ਦਾ ਰੋਗੀ ਪਿਆ ਨੌਜਵਾਨ, ਮੱਖੀਆਂ ਭਿਣਕਦੀਆਂ, ਮੁਸ਼ਕ ਮਾਰਦੀ ਹੈ। ਤੇ ਜਦੋਂ ਨੇੜੇ ਗਏ ਤੇ ਉਸ ਵੇਲੇ ਪ੍ਰੇਮਾ ਕਹਿਣ ਲੱਗਿਆ ਵੀ ਤੁਸੀਂ ਹਾਲ ਤਾਂ ਮੇਰਾ ਦੇਖ ਹੀ ਰਹੇ ਹੋ, ਬਹੁਤ ਬੁਰਾ ਹੈ। ਕਿੱਥੇ ਜਾ ਰਹੇ ਹੋ, ਕਿੱਥੇ ਜਾ ਰਿਹਾ ਜਥਾ? ਇਹ ਕਹਿੰਦੇ ਗੋਇੰਦਵਾਲ ਸਾਹਿਬ ਜਾ ਰਹੇ हैं, ਸਾਲਾਨਾ ਜੋੜ ਮੇਲਾ। ਪ੍ਰੇਮਾ ਕਹਿੰਦਾ ਵੀ ਹੈ ਤਾਂ ਛੋਟਾ ਮੂੰਹ ਤੇ ਵੱਡੀ ਗੱਲ, ਹੈ ਤਾਂ ਮੇਰਾ ਛੋਟਾ ਮੂੰਹ ਤੇ ਵੱਡੀ ਗੱਲ, ਮੈਨੂੰ ਹੀ ਲੈ ਜਾਓ। ਹੈ ਤਾਂ ਵੱਡੀ ਗੱਲ, ਕਹਿੰਦਾ ਮੈਨੂੰ ਹੀ ਲੈ ਜਾਓ ਚੱਕ ਕੇ, ਮੇਰਾ ਹੀ ਭਲਾ ਹੋ ਜੇ। ਜਦੋਂ ਇੰਨਾ ਕਿਹਾ ਮੈਨੂੰ ਲੈ ਜਾਓ ਚੁੱਕ ਕੇ, ਗੁਰਸਿੱਖਾਂ ਨੇ ਰਾਏ ਕੀਤੀ ਆਪਸ ਵਿੱਚ, ਕਹਿੰਦੇ ਚਾਦਰ ਦੇ ਵਿੱਚ ਲਪੇਟ ਕੇ ਚੁੱਕ ਚੱਲਦੇ ਆ, ਬਾਰੀ ਨਾਲ ਚੁੱਕ ਲਾਂਗੇ ਮੋਢਿਆਂ ਤੇ ਬਾਰੀ। ਲਓ ਜੀ ਗੱਲ ਮੁੱਕੀ, ਫੈਸਲਾ ਕਰ ਲਿਆ ਜਿਸ ਨੇ, ਕਹਿੰਦੇ ਚੁੱਕ ਲਓ, ਗੁਰੂ ਦਾ ਵਾਸਤਾ ਪਾਉਂਦਾ ਹੈ, ਛੱਡੀਏ ਕਿੱਦਾਂ? ਚਾਦਰ ਵਿੱਚ ਲਪੇਟੋ ਤੇ ਵਾਰੀ ਨਾਲ ਚੁੱਕੀ ਚੱਲਾਂਗੇ। ਲਓ ਜੀ ਗੁਰਸਿੱਖਾਂ ਨੇ ਪ੍ਰੇਮੇ ਨੂੰ ਚੁੱਕ ਲਿਆ। ਤਾਈਓ ਭਾਈ ਗੁਰਦਾਸ ਜੀ ਕਹਿੰਦੇ ਨੇ ਨਾ, ਪਰਉਪਕਾਰੀ ਗੁਰੂ ਪਿਆਰੇ। ਜਿਵੇਂ ਭਗਤ ਪੂਰਨ ਸਿੰਘ ਹੁੰਦੇ ਸੀ ਨਾ ਪਿੰਗਲਵਾੜੇ, ਮੈਂ ਤਾਂ ਆਪਣੇ ਅੱਖਾਂ ਨਾਲ ਦੇਖਿਆ ਸਾਰਾ ਕੁਝ। ਸੋ ਤੀਜੀ ਸਟੇਜ ਦੇ ਉੱਤੇ ਹੁੰਦੀ ਟੀਵੀ, ਖੁੱਲੇ ਮੂੰਹ ਸੇਵਾ ਕਰੀ ਜਾਂਦੇ, ਸੰਭਾਲ ਕਰ। ਡਾਕਟਰ ਕਹਿ ਦਿੰਦਾ ਜੇ ਭਗਤ ਜੀ ਇਹਨੂੰ ਤਾਂ ਤੀਜੀ ਸਟੇਜ ਤੇ ਹੈ ਟੀਵੀ, ਇਹਦੀ ਤਾਂ ਮੂੰਹ ਦੀ ਭਾਫ ਬਾਹਲੀ ਮਾੜੀ ਹੈ, ਤੁਸੀਂ ਮੂੰਹ ਬੰਨ ਲਿਆ ਕਰੋ। ਤੇ ਭਗਤ ਜੀ ਕੀ ਕਹਿੰਦੇ ਹੁੰਦੇ, ਮੈਂ ਆਪਣੇ ਕੰਨਾਂ ਨਾਲ ਸੁਣੀਆਂ ਭਗਤ ਜੀ ਤੋਂ ਪੰਕਤੀਆਂ। ਉਹ ਕਹਿੰਦੇ ਹੁੰਦੇ ਮੇਰੇ ਸਤਿਗੁਰ ਵੈਦ ਆਏ ਕਹਿੰਦੇ ਐ, ਆਏ ਕਹਿੰਦੇ ਨੇ। ਤੇ ਡਾਕਟਰ ਜੀ ਪੁੱਛਦਾ ਕਿੱਦਾਂ, ਤੇ ਫਿਰ ਇਹ ਪੰਕਤੀਆਂ ਪੜ੍ਹ ਦਿੰਦੇ। ਭਾਈ ਮਤ ਕੋਈ ਜਾਣੋ ਕਿਸੀ ਕੈ ਕਿਸ ਹਾਥ ਹੈ, ਸਭ ਕਰੇ ਕਰਾਇਆ ਜਰਾ ਮਰਾ ਤਾਪ, ਸਿਰ ਤਸਾਪ ਸਭ ਹਰ ਕੈ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਇਹ ਪੰਕਤੀਆਂ ਭਗਤ ਪੂਰਨ ਸਿੰਘ ਜੀ ਤੋਂ ਮੈਂ ਆਪਣੇ ਕੰਨਾਂ ਨਾਲ ਸੁਣੀਆਂ, ਬੜੇ ਪਿਆਰ ਚ ਪੜ੍ਹਦੇ ਹੁੰਦੇ, ਉਨੀ ਮਿੱਠੀ ਆਵਾਜ਼ ਆਪਣੀ ਤਾਂ ਬਣਦੀ ਨਹੀਂ। ਚਲੋ ਡਾਕਟਰ ਚੁੱਪ ਕਰ ਜਾਂਦਾ, ਰਹੋ ਵਿਚਾਰ ਵਿਸ਼ੇ ਵੱਲ ਆਵਾਂ। ਇੱਧਰ ਵੀ ਗੁਰਸਿੱਖਾਂ ਨੇ ਪ੍ਰਵਾਹ ਨਹੀਂ ਕੀਤੀ ਵੀ ਚਮੜੀ ਦਾ ਰੋਗੀ ਹੈ, ਲਹੂ ਪਾਕ ਚੱਲਦਾ, ਮੱਖੀਆਂ ਭਿਣਕਦੀਆਂ, ਮੁਸ਼ਕ ਮਾਰਦੀ ਹੈ, ਕਿਵੇਂ ਚੱਕਾਂਗੇ? ਨਾ ਚੱਕ ਲਿਆ। ਉਹ ਜਿਹੜੇ ਛੱਡ ਗਏ ਸੀ, ਹੁਣ ਯਾਦ ਰੱਖਿਓ, ਨਕਸ਼ਾ ਪਹਿਲਾਂ ਵਾਲਾ ਬਣਾ ਲਿਓ। ਪਿਆਲੇ ਦੇ ਯਾਰ ਛੱਡ ਗਏ ਸੀ, ਪਤਾ ਨਹੀਂ ਲੈਣਾ ਸੀ, ਜਿਹੜੇ ਕਦੇ ਚੱਕ ਲਿਆ ਕਿਵੇਂ? ਸਿੱਖਾਂ ਨੇ ਚੱਕ ਲਿਆ, ਸਿੱਖਾਂ ਨੇ ਚੱਕ ਲਿਆ। ਲਓ ਜੀ ਚਾਦਰ ਵਿੱਚ ਲਪੇਟ ਕੇ ਚੁੱਕ ਲਿਆ, ਗੱਲ ਮੁਕਾਓ ਬਾਰੀ ਨਾਲ ਚੁੱਕੀ ਗਏ। ਗੋਇੰਦਵਾਲ ਸਾਹਿਬ ਜਥਾ ਪਹੁੰਚ ਗਿਆ, ਇਹਨੂੰ ਬਾਹਰਲੇ ਪਾਸੇ ਲਟਾ ਦਿੱਤਾ। ਕਿਉਂ? ਅੱਗੇ ਲਿਜਾਣ ਦੇ ਯੋਗ ਨਹੀਂ ਨਾ, ਸਰੀਰ ਦੀ ਹਾਲਤ ਥੋੜੀ ਜਿਹੀ ਮਾੜੀ ਹੈ, ਵਿਤਕਰਾ ਨਹੀਂ ਹੁੰਦਾ ਇਹ ਕੋਈ। ਲਟਾ ਦਿੱਤਾ। ਉਧਰੋਂ ਕੀ ਹੋਇਆ ਦੇਖਿਆ ਵੀ ਦੀਵਾਨ ਸਜਿਆ, ਤੀਜੇ ਪਾਤਸ਼ਾਹ ਜੀ ਅੰਮ੍ਰਿਤ ਬਚਨ ਸੁਣਾ ਰਹੇ ਹੈ। ਕਹਿੰਦੇ ਜਲਦੀ ਜਲਦੀ ਬੈਠ ਕੇ ਆਪਾਂ ਸੁਣੀਏ। ਉਹਨੂੰ ਕਹਿ ਦਿੱਤਾ ਕਿ ਸਤਸੰਗ ਦੀ ਸਮਾਪਤੀ ਤੇ ਅਸੀਂ ਤੇਰੇ ਬਾਰੇ ਗੱਲ ਕਰਾਂਗੇ ਗੁਰੂ ਸਾਹਿਬ ਕੋਲ, ਤੇ ਤੂੰ ਇੱਥੇ ਹੀ ਨਾ ਲੇਟਿਆ ਪਿਆ, ਜਿੰਨੀ ਆਵਾਜ਼ ਆਉਂਦੀ ਹੈ ਇੱਥੇ ਪਿਆ ਹੀ ਤੂੰ ਕੋਸ਼ਿਸ਼ ਕਰੀ ਸੁਣਨ ਦੀ।
ਪ੍ਰੇਮੀ ਨੂੰ ਲਟਾ ਦਿੱਤਾ। ਆਪ ਸੰਗਤਾਂ ਪਹੁੰਚ ਗਈਆਂ ਗੁਰਦਰਬਾਰ ਵਿੱਚ। ਅੰਮ੍ਰਿਤ ਵਚਨ ਸੁਣੇ, ਸਮਾਪਤੀ ਹੋਈ ਤੇ ਹਜ਼ੂਰੀ ਸੇਵਾਦਾਰਾਂ ਤੋਂ ਟਾਈਮ ਲੈ ਲਿਆ ਵੀ ਸਾਨੂੰ ਮਿਲਾਓ, ਅਸੀਂ ਗੁਰੂ ਸਾਹਿਬ ਜੀ ਨੂੰ ਮਿਲਣਾ ਹੈ, ਜ਼ਰੂਰੀ ਹੈ। ਚਲੋ ਸੇਵਾਦਾਰਾਂ ਨੇ ਮਿਲਾ ਦਿੱਤਾ ਤੇ ਸੰਗਤਾਂ ਹੱਥ ਜੋੜ ਕੇ ਕਹਿੰਦੀਆਂ, ਪਾਤਸ਼ਾਹ ਜੀ ਜਦੋਂ ਅਸੀਂ ਆ ਰਹੇ ਸੀ ਨਾ ਆਪ ਦੇ ਦਰ ਵੱਲ ਨੂੰ, ਰਸਤੇ ਵਿੱਚ ਨਾ ਲਾਹੌਰ ਦੇ ਕੋਲੇ ਖਾਈ ਪਿੰਡ ਪੈਂਦਾ ਇੱਕ, ਉੱਥੋਂ ਦਾ ਨੌਜਵਾਨ ਆਪਣੇ ਖੇਤ ਦੇ ਵਿੱਚ ਛੰਨ ਪਾਈ ਦੇ ਵਿੱਚ ਇਹਨੂੰ ਲਟਾਇਆ ਹੋਇਆ ਸੀ ਤੇ ਚਮੜੀ ਦਾ ਰੋਗ ਹੋਇਆ ਮਹਾਰਾਜ, ਹਾਲਤ ਮਾੜੀ ਹੈ, ਲਹੂ ਪਾਕ ਚੱਲਦਾ ਮਹਾਰਾਜ, ਹਾਥੀ ਚਮੜਾ ਬਣਿਆ ਪਿਆ ਤੇ ਉਹਨੇ ਵਾਸਤਾ ਪਾਇਆ ਮਹਾਰਾਜ ਤੁਹਾਡਾ, ਤੇ ਅਸੀਂ ਉਹਨੂੰ ਚੁੱਕ ਕੇ ਲਿਆਏ ਚਾਦਰ ਵਿੱਚ ਲਪੇਟ ਕੇ, ਬਾਹਰਲੇ ਪਾਸੇ ਲਟਾਇਆ ਹੋਇਆ ਤੇ ਆਪ ਜੀ ਕਿਰਪਾ ਕਰੋ। ਜਦੋਂ ਇਹਨਾਂ ਕਹੇ ਕਿਰਪਾ ਕਰੋ ਤੇ ਨਾਲ ਦੀ ਨਾਲ ਕਿਰਪਾ ਹੋ ਗਈ। ਕਿਵੇਂ ਹੋਈ? ਇੱਕ ਸੇਵਾਦਾਰ ਨੂੰ ਕਹਿ ਦਿੱਤਾ ਕਿ ਸੰਗਤ ਜਿਹੜੀ ਕੋਹੜੀ ਨੂੰ ਲੈ ਕੇ ਆਈ ਹੈ ਉਹਨੂੰ ਇੱਕ ਕਮਰਾ ਦੇ ਦਿਓ। ਮਿਲ ਗਿਆ ਥਾਂ ਹੀ ਮਿਲ ਗਿਆ ਗੁਰੂ ਦੇ ਦਰ ਤੇ, ਕਹਿੰਦੇ ਕਮਰਾ ਦੇ ਦਿਓ। ਲਓ ਜੀ ਕਮਰਾ ਮਿਲ ਗਿਆ। ਗੁਰਸਿੱਖਾਂ ਦੀ ਡਿਊਟੀ ਲਾਤੀ, ਭਾਈ ਇਹਨੂੰ ਉੱਥੇ ਹੀ ਭੋਜਨ ਪਾਣੀ ਛਕਾਇਆ ਕਰੋ। ਉਧਰ ਲਾਲੋ ਵੈਦ ਦੀ ਡਿਊਟੀ ਲਾਤੀ। ਇਹ ਭਾਈ ਲਾਲੋ ਵੈਦ ਹੁੰਦਾ ਸੀ, ਇੱਕ ਤਾਂ ਭਾਈ ਲਾਲੋ ਗੁਰੂ ਨਾਨਕ ਸਾਹਿਬ ਜੀ ਨੇ ਮਿਸਤਰੀ ਸਿੰਘ, ਮਿਸਤਰੀ ਸਿੱਖ ਕਹਿ ਲਓ ਚਲੋ ਉਸ ਵੇਲੇ, ਉਹ ਨਹੀਂ, ਇਹ ਲਾਲੋ ਵੈਦ ਹੈ। ਤੀਜੇ ਪਾਤਸ਼ਾਹ ਕੋਲ ਬਹੁਤ ਮਾਹਰ ਵੈਦ ਸੀ, ਆਪਣਾ ਦਵਾਈ ਬੂਟੀਆਂ ਦਾ ਕਹਿ ਲਓ। ਡਿਊਟੀ ਲਾਤੀ ਵੀ ਤੂੰ ਵੀ ਦਵਾਈ ਦੀ ਸ਼ੁਰੂ ਕਰ, ਨਾਲ ਗੁਰਸਿੱਖਾਂ ਦੀ ਡਿਊਟੀ ਲਾਤੀ ਵੀ ਇਹਨੂੰ ਨਾਲ ਨਾਲ ਗੁਰਬਾਣੀ ਵੀ ਜੰਦ ਕਰਾਉਣੀ ਸ਼ੁਰੂ ਕਰੋ। ਦੇਖੋ ਇੱਕਦਮ ਸਾਰੀਆਂ ਡਿਊਟੀਆਂ ਲੱਗ ਗਈਆਂ। ਗੁਰਬਾਣੀ ਸੁਣਾਉਣ ਵਾਲੇ ਗੁਰਸਿੱਖ ਗੁਰਬਾਣੀ ਸੁਣਾਉਂਦੇ ਹੈ, ਵੈਦ ਦਵਾਈ ਦਿੰਦਾ ਹੈ ਤੇ ਨਾਲ ਨਾਲ ਸੇਵਾਦਾਰ ਭੋਜਨ ਪਾਣੀ ਟਾਈਮ ਨਾਲ ਛਕਾਉਂਦੇ ਨੇ, ਖੁਰਾਕ ਵਧੀਆ ਮਿਲਣ ਲੱਗ ਗਈ। ਜੋੜ ਮੇਲਾ ਸਮਾਪਤ ਹੋ ਗਿਆ। ਸੰਗਤਾਂ ਆਪਣੇ ਆਪਣੇ ਘਰਾਂ ਨੂੰ ਵਾਪਸ ਆ ਗਈਆਂ। ਉਹ ਜਥਾ ਵੀ ਆ ਗਿਆ ਵਾਪਸ ਤੇ ਪ੍ਰੇਮਾ ਉੱਥੇ ਹੀ ਰਹਿ ਗਿਆ। ਜੋੜ ਮੇਲਾ ਸਮਾਪਤ ਹੁੰਦੇ ਸਾਰ ਹੀ ਤੀਜੇ ਪਾਤਸ਼ਾਹ ਜੀ ਆਪਣੀ ਮੌਜ ਵਿੱਚ ਤੁਰਦੇ ਫਿਰਦੇ ਪ੍ਰੇਮੇ ਵਾਲੇ ਕਮਰੇ 'ਚ ਆ ਵੜੇ। ਜਿਸ ਵੇਲੇ ਆ ਵੜੇ, ਇਹਦੇ ਵੱਡੇ ਭਾਗ ਪ੍ਰੇਮੇ ਦੇ ਹੱਥ ਜੋੜ ਕੇ ਇੱਕ ਬਹੁਤ ਉੱਚੀ ਸੁੱਚੀ ਮੰਗ ਮੰਗ ਲਈ। ਕਦੀ ਉੱਠਦੀ ਅੰਦਰੋਂ, ਜਿਨ੍ਹਾਂ ਦੇ ਉੱਠਦੀ ਆ ਭਾਗ ਚੰਗੇ। ਕੀ ਕਹਿੰਦਾ? ਪਾਤਸ਼ਾਹ ਜੀ ਮੈਨੂੰ ਵੀ ਆਪਣਾ ਸਿੱਖ ਬਣਾ ਲਓ। ਪ੍ਰੇਮਾ ਕਹਿੰਦਾ, ਜਦੋਂ ਮਨ ਕਹਿੰਦਾ ਮਹਾਰਾਜ ਮੈਨੂੰ ਵੀ ਆਪਣਾ ਬਣਾ ਲਓ। ਅੱਜ ਵੀ ਫਿਰ ਉਹੀ ਪੰਜਾਂ ਪਿਆਰਿਆਂ ਕੋਲੇ ਪੇਸ਼ ਹੋ ਕੇ ਹਾਜ਼ਰ ਹੁੰਦਾ ਨਾ, ਦਾਖਲਾ ਲੈਂਦਾ। ਅੱਜ ਨਿਯਮ ਇਹੀ ਹੈ ਨਾ। ਲਓ ਜੀ ਪ੍ਰੇਮਾ ਕਹਿੰਦਾ ਮਹਾਰਾਜ ਮੈਨੂੰ ਵੀ ਆਪ ਦਾ ਸਿੱਖ ਬਣਾ ਲਓ। ਲਓ ਜੀ ਗੁਰੂ ਜੀ ਨੇ ਬਖਸ਼ਿਸ਼ ਕਰ ਦਿੱਤੀ। ਮੂਲ ਮੰਤਰ ਦੇ ਰਾਹੀਂ ਪਰਮੇਸ਼ਰ ਦਾ ਸਰੂਪ ਸਮਝਾ ਦਿੱਤਾ। ਪੜ੍ਹਦੇ ਹੀ ਆਪਾਂ ਵਾਰ-ਵਾਰ। ਨਾਲ ਦੱਸ ਦਿੱਤਾ ਵੀ ਇਹ ਗੁਣ ਸਾਰੇ ਕਿਹਦੇ ਨੇ? ਇਹ ਗੁਣ ਸਾਰੇ ਵਾਹਿਗੁਰੂ ਦੇ ਹੈ। ਵੀ ਵਾਹਿਗੁਰੂ ਇੱਕ ਹੈ, ਸਾਰੇ ਵਿਆਪਕ ਹੈ, ਇੱਕ ਓੰਕਾਰ। ਵਾਹਿਗੁਰੂ ਜੀ ਸਦਾ ਰਹਿਣ ਵਾਲੀ ਹੋਂਦ ਹੈ, ਸਤ ਨਾਮ। ਉਹ ਵਾਹਿਗੁਰੂ ਹੀ ਕਰਤਾ ਹੈ ਜੋ ਰਚਨਾ ਵਿੱਚ ਹੀ ਸਮਾਇਆ ਹੋਇਆ, ਕਰਤਾ ਪੁਰਖ। ਇਹ ਵਾਹਿਗੁਰੂ ਦੇ ਗੁਣ ਹੈ ਨਾ ਸਾਰੇ, ਗੁਣਾਤਮਕ ਸਰੂਪ ਹੈ ਨਾ, ਸਮਝ ਗਏ ਨਾ। ਉਹ ਵਾਹਿਗੁਰੂ ਜੀ ਨਿਰਭਉ ਹੈ, ਭੈ ਤੋਂ ਰਹਿਤ ਹੈ, ਨਿਰਵੈਰ ਬੈਰ ਤੋਂ ਰਹਿਤ ਹੈ। ਅਕਾਲ ਮੂਰਤ ਵਾਹਿਗੁਰੂ ਜੀ ਸਮੇਂ ਤੋਂ ਪਾਰ ਹਸਤੀ ਨੇ। ਵਾਹਿਗੁਰੂ ਜੀ ਜੂਨਾਂ ਤੋਂ ਰਹਿਤ ਨੇ, ਅਜੂਨੀ। ਵਾਹਿਗੁਰੂ ਜੀ ਆਪਣੇ ਆਪ ਤੋਂ ਹੈ, ਸਹਿ ਭੰਗ ਗੁਰ ਪ੍ਰਸਾਦ। ਵੈਸੇ ਐਸੇ ਗੁਰੂ ਪਰਮੇਸ਼ਰ ਦੀ ਕਿਰਪਾ ਨਾਲ ਹੈ ਜੋ ਕੁਛ ਹੈ। ਬਸ ਐਸੇ ਗੁਰੂ ਪਰਮੇਸ਼ਰ ਦੀ ਕਿਰਪਾ ਨੇ ਉਸ ਪਰਮੇਸ਼ਰ ਨਾਲ ਜੁੜਿਆ ਜਾਂਦਾ। ਗੁਰ ਪਰਮੇਸ਼ਰ ਇੱਕੋ ਜਾਣ, ਦੋ ਨਹੀਂ ਇੱਕੋ ਹੀ ਹੈ। ਸਮੁੰਦ ਬਰੋਲ ਸਰੀਰ ਹਮ ਦੇਖਿਆ, ਕਵਸਤਾ ਨੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ, ਭੇਦ ਨਾ ਪਾਈ। ਪਰ ਇਹ ਭੇਦ ਖੁੱਲਦਾ ਕਿਸੇ ਅੰਦਰਲੇ ਗਹਿਰੇ ਤਲ ਤੇ ਜਾ ਕੇ। ਚਲੋ ਜਿਸ ਵੇਲੇ ਹੁਣ ਅਸੂਲ ਸਮਝਾ ਦਿੱਤੇ, ਗੱਲ ਮੁਕਾਓ। ਪ੍ਰੇਮਾ ਗੁਰੂ ਕਾ ਸਿੱਖ ਬਣ ਗਿਆ। ਉਧਰੋਂ ਗੁਰਸਿੱਖਾਂ ਨੇ ਜਪ ਜੀ ਕੰਠ ਕਰਾ ਦਿੱਤਾ। ਬਾਣੀ ਕੰਠ ਹੋ ਗਈ ਪ੍ਰੇਮੇ ਨੂੰ। ਹੁਣ ਬੜਾ ਸੋਹਣਾ ਜਪਜੀ ਸਾਹਿਬ ਦਾ ਪਾਠ ਲੱਗ ਗਿਆ ਕਰਨਾ। ਉਧਰੋਂ ਭੋਜਨ ਪਾਣੀ, ਸਰੀਰ ਦੀ ਕਮਜ਼ੋਰੀ ਸਾਰੀ ਖਤਮ। ਉਧਰੋਂ ਲਾਲੋ ਵੈਦ
ਦਵਾਈ ਬੂਟੀ ਦਿੰਦਾ ਤੇ ਦਵਾਈ ਅਸਰ ਬਾਹਲਾ ਕਰਦੀ ਹੈ। ਉਹੀ ਦਵਾਈ ਅਸਰ ਲਾ ਕੀ ਕਰਨਾ। ਬਾਣੀ 'ਚ ਵਚਨ ਹੁੰਦੇ ਆ ਸਾਰੇ ਵੀ ਗੁਰਮਤਿ ਵਿੱਚ ਦਵਾਈ ਦੇਣਾ ਨਹੀਂ ਮਨਾ, ਕਹਿੰਦੇ ਦਵਾਈ ਲੈਣ ਵੇਲੇ ਰੱਬ ਨੂੰ ਵਿੱਚ ਲੈ ਲਿਆ ਕਰ। ਉਹ ਤਾਂ ਇੱਕ ਵਿਧ ਹੈ, ਬਸ ਬਣ ਜਾਂਦੀ ਹੈ ਉਹੀ ਦਵਾਈ ਨਾਲ ਵਿਧ ਬਣ ਜਾਂਦੀ ਹੈ, ਵੀ ਉਹਨੂੰ ਵਿੱਚ ਲੈ ਲਾ। ਪੜੋ ਪ੍ਰਮਾਣ, ਬੈਤਾ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਬਾਣੀ 'ਚ ਲਿਖਿਆ ਕਹਿੰਦੇ ਰੱਬ ਦਾ ਨਾਂ ਲੈ ਕੇ ਦਵਾਈ ਲੈ ਲਾ, ਕਹਿੰਦੇ ਉਹੀ ਦਵਾਈ ਰਾਸ ਆ ਜਾਊ। ਬੋਲੋ ਸਤਨਾਮ। ਬਸ ਏਦਾਂ ਹੀ ਨਿਜਮ ਨੇ, ਬਸ ਠੀਕ ਵਾਹਿਗੁਰੂ ਜੀ ਕਰ ਦਿੰਦਾ, ਭੁਲੇਖਾ ਪਾ ਦਿੰਦਾ ਵੀ ਦਵਾਈ ਨਾਲ ਠੀਕ ਹੋ ਗਿਆ। ਬੋਲੋ ਸਤਨਾਮ। ਬਸ ਇਸ ਕਰਕੇ ਕਹਿੰਦੇ ਵੀ ਦਵਾਈ ਉਹਦਾ ਨਾਂ ਲੈ ਕੇ ਲੈ ਲਾ, ਬਸ ਉਹ ਆਪਣੇ ਤੇ ਨਹੀਂ ਨੰਦਾ। ਨਹੀਂ ਉਹ ਵਡਾਈ ਦਾ ਭੁੱਖਾ ਨਹੀਂ ਮਾਲਕ, ਮੈਂ ਕੀਤਾ ਮੈਂ ਕੀਤਾ ਮੈਂ। ਇਹ ਤਾਂ ਆਪਾਂ ਹੀ ਹੈ ਨਾ, ਕਿਸੇ ਦਾ ਕ੍ਰੈਡਿਟ ਵੀ ਆਪਣੇ ਤੇ ਲੈਂਦੇ ਹਾਂ ਆਪਾਂ। ਨਹੀਂ, ਵਾਹਿਗੁਰੂ ਨੂੰ ਕ੍ਰੈਡਿਟ ਦੀ ਕੀ ਲੋੜ ਹੈ। ਦੇਖੋ ਗੱਲਾਂ ਤਾਂ ਤੇ ਇਹ ਇੱਦਾਂ ਹੁੰਦਾ ਹੈ ਨਾ, ਜਿਵੇਂ ਆਮ ਅੱਗੇ ਕਹਿੰਦੇ ਹੁਣ ਨਾ, ਕਹਿੰਦੇ ਕੋਈ ਆ ਗਿਆ ਪੇਟ ਦਰਦ ਵਾਲਾ, ਕਹਿੰਦੇ ਜੀ ਬਹੁਤ ਦਵਾਈ ਲੈ ਲਈ ਵੈਦਾਂ ਤੋਂ ਤੇ ਵੀ ਦਵਾਈ ਕੋਈ ਦਿਓ। ਦੇਖ ਲਿਆ ਵੀ ਗੱਲ ਕੁਛ ਨਹੀਂ, ਵੱਧ ਹਾਜ਼ਮ ਹੈ, ਪਰ ਉਹ ਵੈਦ ਨੇ ਦੇਖ ਲਿਆ। ਇਹ ਤਾਂ ਬਾਹਰੀ ਉਦਾਹਰਨ ਹੈ ਇੱਕ, ਵੀ ਇਹਨੂੰ ਏਦਾਂ ਨਹੀਂ ਗੱਲ ਯਕੀਨ ਨਹੀਂ ਇਹਨੂੰ ਆਉਣਾ। ਜੇ ਸਿੱਧਾ ਕਹਿ ਦਈਏ, ਸਿੱਧਾ ਕਹਿ ਦਈਏ ਵੀ ਜਮੈਣ ਦੀ ਫੱਕੀ ਲੈ ਲਿਆ ਕਰ, ਹਟ ਜੋ ਕੁਛ ਨਹੀਂ, ਮਾੜਾ ਜਿਹਾ ਬਾਤ ਹਾਜ਼ਮਾ ਜੀ ਹੈ, ਪਰ ਕਈ ਯਕੀਨ ਨਹੀਂ ਕਰਦੇ। ਉਹ ਫਿਰ ਕੀ ਕਰਦਾ, ਉਹ ਕੋਲੋਂ ਦਵਾਈ ਦੀ ਪੁੜੀ ਦੇਤੀ ਉਹਨੇ ਕੋਈ, ਕਹਿੰਦਾ ਜਮੈਣ 'ਚ ਪਾ ਕੇ ਲੈ ਲਈ। ਬੋਲੋ ਸਤਨਾਮ। ਕਹਿੰਦਾ ਜਮੈਣ 'ਚ ਪਾ ਕੇ ਲੈ ਲਈ। ਸੋ ਕਹਿਣ ਦਾ ਭਾਵ ਕੀ ਹੈ ਵੀ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਤਾਂ ਬਸ ਕਾਰਨ ਵਿਧ ਬਣਦੇ ਹੈ। ਇਸ ਕਰਕੇ ਬਾਣੀ 'ਚ ਕੀ ਲਿਖਿਆ, ਕਹਿੰਦੇ ਦਵਾਈ ਲੈ ਲਾ, ਲੈ ਲਾ ਕੋਈ ਗੱਲ ਨਹੀਂ ਦਵਾਈ, ਪਰ ਪਰਮੇਸ਼ਰ ਦਾ ਨਾਮ ਰੂਪੀ ਜਮੈਣ ਨਾਲ ਲੈ ਲਾ। ਬਸ ਨਾਮ ਰੂਪੀ ਜਮੈਣ ਨਾਲ ਲੈ ਲਾ। ਬਸ ਮੇਰਾ ਖਿਆਲ ਪਕੜ 'ਚ ਆ ਗਈ ਉਹ ਗੱਲ ਸਮਝਣ ਵਾਸਤੇ। ਹੁਣ ਕੀ ਹੋਇਆ, ਲਓ ਜੀ ਦਵਾਈ ਨੇ ਅਸਰ ਕਰਨਾ ਸ਼ੁਰੂ ਕੀਤਾ। ਇੱਕ ਸਿਸਟਮ ਵੀ ਬਦਲਦਾ, ਉਹ ਵੀ ਮੈਂ ਕਹਿ ਦਿਆਂ ਮੌਕੇ ਤੇ ਗੱਲ ਆ ਗਈ ਵੀ ਜਾਦੂ ਟੂਣਾ ਨਹੀਂ ਕੋਈ। ਜਦੋਂ ਸ਼ਬਦ ਨਾਲ ਸੁਰਤ ਜੁੜਦੀ ਹੈ, ਇਕਾਗਰਤਾ ਬਣਦੀ ਹੈ, ਫਿਰ ਸਿਸਟਮ ਦੇ ਵਿੱਚ ਬਦਲਾਅ ਆਉਂਦਾ ਹੈ। ਇਹ ਗੱਲ ਨੂੰ ਸਮਝਿਓ। ਇੱਕ ਤਾਂ ਮਨ ਦੇ ਰੋਗ ਹੈ, ਆਪਾਂ ਸਮਝ ਲਏ ਪਹਿਲਾਂ, ਜੋ ਬਾਣੀ ਰਾਹੀਂ ਠੀਕ ਹੁੰਦੇ ਨੇ, ਬਕਾਰ ਵਿਸ਼ੇ ਬਕਾਰ, ਉਹ ਤਾਂ ਬਹੁਤ ਵਧੀਆ ਆਪਾਂ ਗੱਲ ਕੀਤੀ ਹੈ। ਇਹ ਸਿਸਟਮ ਕਿੱਦਾਂ, ਇਹ ਤੇ ਸੌਖੇ ਢੰਗ ਨਾਲ ਕਹਿੰਦੇ ਆ, ਪਕੜ ਆ ਜੂ ਤੁਹਾਡੀ ਗੱਲ। ਵੈਸੇ ਵੀ ਪਹਿਲਾਂ ਜਦੋਂ ਸੁਰਤ ਸ਼ਬਦ ਨਾਲ ਜੁੜਦੀ ਹੈ, ਧਿਆਨ ਗੁਰਬਾਣੀ ਤੇ ਟਿਕਦਾ ਹੈ, ਤਾਂ ਪਹਿਲਾਂ ਇਕਾਗਰਤਾ ਬਣਦੀ ਹੈ। ਕੀ ਬਣਦੀ ਹੈ? ਇਕਾਗਰਤਾ। ਜਦੋਂ ਇਕਾਗਰਤਾ ਬਣ ਗਈ, ਫਿਰ ਹੁਣ ਸਿਸਟਮ 'ਚ ਫਰਕ ਕਿਵੇਂ ਦਾ ਉਹ ਸੁਣਿਓ। ਹੁਣ ਸਰੀਰਕ ਸਿਸਟਮ ਹੈ ਜਿਹੜਾ ਨਿਯਮ, ਤਾਂ ਤੇ ਜਦੋਂ ਧਿਆਨ ਇਕਾਗਰ ਹੋ ਗਿਆ ਤਾਂ ਸਾਡਾ ਸਾਹ ਇਕਾਗਰ ਹੋ ਜਾਂਦਾ ਹੈ, ਸਾਹ ਟਿਕ ਜਾਂਦਾ। ਧਿਆਨ ਟਿਕਿਆ, ਕੀ ਹੋਇਆ? ਸਾਹ ਟਿਕ ਗਿਆ। ਟਿਕੇ ਸਾਹ ਦੀ ਕੀ ਨਿਸ਼ਾਨੀ ਹੈ? ਵੀ ਸਾਹ ਡੂੰਘਾ ਹੋ ਜਾਂਦਾ ਹੈ। ਡੂੰਘਾ, ਡੂੰਘਾ ਕਿੰਨਾ? ਵੀ ਨੱਕ ਤੋਂ ਲੈ ਕੇ ਨਾਭੀ ਤੱਕ ਜਾਂਦਾ ਹੈ। ਧੁੰਨੀ ਵੀ ਕਹਿ ਦਿੰਦੇ ਆਪਾਂ। ਨੱਕ ਤੋਂ ਨਾਭੀ ਤੱਕ ਸਾਹ ਜਾਣ ਲੱਗ ਜਾਂਦਾ। ਕਮਾਲ ਹੋ ਗਈ, ਇਕਾਗਰ ਹੋ ਗਿਆ ਸਾਹ। ਇਕਾਗਰ ਹੋਇਆ ਸਾਹ ਡੂੰਘਾ ਹੋ ਜਾਂਦਾ ਹੈ, ਤੇ ਡੂੰਘਾ ਹੋ ਕੇ ਲੈਬੱਧ ਹੋ ਜਾਂਦਾ। ਲੈਬੱਧ ਕੀ ਹੁੰਦਾ? ਵੀ ਬਾਹਰ ਨੂੰ ਵੀ ਓਨਾ ਹੀ ਆਉਂਦਾ, ਅੰਦਰ ਨੂੰ ਵੀ ਓਨਾ ਹੀ ਜਾਂਦਾ। ਜਿਹਨੂੰ ਕਹਿੰਦੇ ਸਵਾਸ ਇੱਕ ਰੀਦਮ ਦੇ ਵਿੱਚ ਆ ਗਿਆ, ਰੀਦਮ ਦੇ ਵਿੱਚ ਆ ਗਿਆ। ਹੁਣ ਇਹ ਹੋ ਗਿਆ, ਦੇਖੋ ਅਸਰ ਪੈ ਗਿਆ ਨਾ। ਦੇਖੋ ਇਕਾਗਰਤਾ ਦਾ ਅਸਰ ਸਾਹ ਤੇ ਪੈ ਗਿਆ, ਸਾਹ ਡੂੰਘਾ ਤੇ ਲੈਬੱਧ ਹੋ ਗਿਆ। ਡੂੰਘਾ ਤੇ ਲੈਬੱਧ ਹੋਣ ਕਰਕੇ ਫਿਰ ਕੀ ਹੋਇਆ? ਜਿਹੜਾ ਅਸੀਂ ਅੰਦਰ ਲੈ ਕੇ ਜਾਂਦੇ ਹਾਂ ਆਕਸੀਜਨ, ਪਤਾ ਹੀ ਹੈ ਸਭ ਨੂੰ, ਤਾਂ ਬਾਹਰ ਕੱਢਦੇ ਹਾਂ ਕਾਰਬਨ ਡਾਈਆਕਸਾਈਡ। ਇਹ ਵੀ ਯਾਨੀ ਕਿ ਅੰਦਰ ਵੀ ਆਕਸੀਜਨ ਅਸੀਂ ਬਹੁਤ ਲੈ ਕੇ ਜਾਂਦੇ ਹਾਂ, ਬਾਹਰ ਕਾਰਬਨ ਡਾਈਆਕਸਾਈਡ ਵੀ ਉਨੀ ਕੱਢਦੇ ਹਾਂ, ਕਿਉਂਕਿ ਸਾਹ ਬਰਾਬਰ ਹੋਇਆ ਪਿਆ। ਇਹਦਾ ਅਸਰ ਅੱਗੇ ਗੈਸਾਂ ਤੇ ਪੈ ਗਿਆ। ਦੇਖੋ ਹੁਣ ਗੈਸਾਂ ਤੇ ਅਸਰ ਪਿਆ ਜਦੋਂ, ਤੇ ਸਰੀਰ ਹੈ ਜਿਹੜਾ, ਉਹ ਫੇਫੜੇ ਬਿਲਕੁਲ ਐ ਫਰੈਸ਼ ਹੋ ਗਏ, ਕਿਉਂ ਸਾਹ ਤੇ ਚੱਲਦੇ। ਅੰਦਰ ਆਕਸੀਜਨ ਬਹੁਤ ਜਾ ਰਹੀ ਹੈ, ਬਾਹਰ ਕਾਰਬਨ ਡਾਈਆਕਸਾਈਡ ਨਿਕਲ ਐ ਜਮਾ ਚੱਲਦਾ। ਪੱਖਾ ਚੱਲ ਪਿਆ ਕਰੋ, ਜਮਾ ਪੱਖਾ ਚੱਲਿਆ ਤੇ ਫੇਫੜੇ ਐਨ ਸਾਫ਼ ਹੋ ਗਏ, ਫਰੈਸ਼ ਹੋ ਗਿਆ ਸਰੀਰ।
ਦਿਮਾਗ ਨੂੰ ਵੀ ਵਾਧੂ ਆਕਸੀਜਨ ਫਰੈਸ਼ ਜਾਂਦੀ ਹੈ, ਦਿਮਾਗ ਵੀ ਫਰੈਸ਼ ਹੋ ਗਿਆ। ਤਾਂ ਤੇ ਫਿਰ ਇਹਦੇ ਨਾਲ ਕੀ ਹੋਇਆ, ਅੱਗੇ ਫਿਰ ਅਸਰ ਪੈ ਗਿਆ ਅਗਲੇ ਸਿਸਟਮ ਤੇ। ਅਗਲਾ ਸਿਸਟਮ ਸਾਡੇ ਸਰੀਰ ਦੇ ਵਿੱਚ ਕੁਝ ਕਿਰਿਆਵਾਂ ਹੈ ਜਿਹਨੂੰ ਅਸੀਂ ਕੈਮੀਕਲ ਰਿਐਕਸ਼ਨ ਜੀ ਕਹਿੰਦੇ ਹਾਂ, ਪੰਜਾਬੀ 'ਚ ਕਹਿ ਲਓ ਰਸਾਇਣਕ ਕਿਰਿਆਵਾਂ, ਰਸਾਇਣਕ ਕਿਰਿਆਵਾਂ ਕਹਿੰਦੇ ਇਹਨੂੰ ਪੰਜਾਬੀ 'ਚ। ਇਹ ਫਿਰ ਠੀਕ ਹੋਣੀਆਂ ਸ਼ੁਰੂ ਹੋ ਗਈਆਂ ਕਿ ਫਰੈਸ਼ ਹੋ ਗਿਆ, ਸਫਾਈ ਹੋ ਗਈ ਸਰੀਰ ਦੀ। ਫਿਰ ਇਹਨਾਂ ਦੇ ਠੀਕ ਹੁੰਦਿਆਂ ਅਗਲੇ ਸਿਸਟਮ ਤੇ ਅਸਰ ਪੈ ਗਿਆ। ਅਗਲਾ ਸਿਸਟਮ ਕਿਹੜਾ ਹੈ, ਸਾਡਾ ਇਮਿਊਨ ਸਿਸਟਮ ਹੈ, ਜਿਹੜਾ ਇਮਿਊਨਿਟੀ ਕਹਿੰਦੇ ਆਪਾਂ, ਇਮਿਊਨੋਲੋਜੀਕਲ ਸਿਸਟਮ ਕਹਿੰਦੇ ਇਹਨੂੰ ਸਾਇੰਸ ਵਿੱਚ। ਇਮਿਊਨੋਲੋਜੀਕਲ ਸਿਸਟਮ ਜੋ ਸਾਰੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪੈਦਾ ਕਰਦਾ ਸਾਡੇ ਵਿੱਚ। ਸਾਡੀ ਇਮਿਊਨਿਟੀ ਤਕੜੀ ਹੋ ਗਈ ਕਹਿ ਲਓ, ਇਮਿਊਨਿਟੀ ਤਕੜੀ ਹੋ ਗਈ ਤੇ ਇਹ ਕੀ ਹੋਇਆ, ਸਰੀਰ ਦੇ ਵਿੱਚ ਰੋਗ ਨਾਲ ਲੜਨ ਦੀ ਸ਼ਕਤੀ ਪੈਦਾ ਹੋ ਗਈ। ਜੋ ਪਹਿਲਾਂ ਹੀ ਹੈ ਪਰ ਸਿਸਟਮ ਸਾਡਾ ਖਰਾਬ ਹੋਣ ਕਰਕੇ ਧਿਆਨ ਉਖੜ ਗਿਆ, ਸਾਹ ਉਖੜ ਗਿਆ, ਉਹ ਸਾਰੀਆਂ ਰਸਾਇਣਕ ਕਿਰਿਆਵਾਂ ਵਿਗੜ ਗਈਆਂ। ਇਹ ਸਿਸਟਮ ਪਹਿਲਾਂ ਹੀ ਪਾਇਆ ਹੋਇਆ ਪਰਮੇਸ਼ਰ ਨੇ ਸਾਡੇ ਸਰੀਰ ਵਿੱਚ, ਇਹ ਸਕ੍ਰਿਆ ਹੋ ਗਿਆ ਕਹਿ ਲਓ, ਚਾਲੂ ਹੋ ਗਿਆ ਕਹਿ ਲਓ, ਪਹਿਲਾਂ ਬੰਦ ਜਾ ਹੋਇਆ ਪਿਆ ਸੀ। ਬਾਣੀ ਚ ਵਚਨ ਆਉਂਦਾ ਨਾ, ਹਰ ਆਹੁਦ ਸਭ ਘੱਟ ਹੈ ਭਾਈ, ਗੁਰ ਪੂਰੇ ਬਿਨ ਵਿਧ ਨਾ ਬਣਾਏ। ਚਲੋ ਏਦਾਂ ਇਹ ਸਿਸਟਮ ਵੀ ਠੀਕ ਹੋ ਗਿਆ। ਉਧਰੋਂ ਲਾਲੋ ਵੈ ਦਵਾਈ ਵੀ ਦਿੰਦਾ ਹੈ ਤੇ ਪਰਮੇਸ਼ਰ ਨੂੰ ਯਾਦ ਕਰਕੇ ਬਸ ਫਿਰ ਦਵਾਈ ਵੀ ਵੱਧ ਅਸਰ ਕਰਦੀ ਹੈ ਤੇ ਗੁਰਬਾਣੀ ਵੀ ਪੜ੍ਹਦਾ। ਗੱਲ ਮੁਕਾਓ ਵੀ ਅੱਜ ਕੁਛ ਹੋਰ, ਕੱਲ ਕੁਛ ਹੋਰ, ਅਗਲੇ ਦਿਨ ਹੋਰ, ਕਰਦੇ 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 ਸਰੀਰ ਬਿਲਕੁਲ ਸਾਫ਼ ਹੋ ਗਿਆ, ਐਨ ਕੰਚਨ ਵਰਗੀ ਦੇਹੀ ਬਣ ਗਈ। ਲੱਗਦਾ ਹੀ ਨਹੀਂ ਵੀ ਸਰੀਰ ਰੋਗੀ ਹੋ ਗਿਆ ਸੀ, ਐਨ ਬਣ ਗਿਆ ਸਰੀਰ, ਸਾਫ਼ ਹੋ ਗਿਆ। ਤੁਰ ਫਿਰ ਕੇ ਹੁਣ ਸੇਵਾ ਵੀ ਕਰਨ ਲੱਗ ਗਿਆ ਪ੍ਰੇਮਾ, ਕਮਰੇ ਚੋਂ ਬਾਹਰ ਰੱਖਣ ਲੱਗ ਗਿਆ, ਹੁਣ ਸਰੀਰ ਸਾਫ਼ ਹੋ ਗਿਆ ਬਿਲਕੁਲ। ਹੁਣ ਸੇਵਾ ਵੀ ਕਰਦਾ ਹੈ, ਬਾਣੀ ਵੀ ਪੜ੍ਹਦਾ ਹੈ, ਧਿਆਨ ਵੀ ਇਕਾਗਰ ਹੈ, ਕਥਾ ਵੀ ਸੁਣਦਾ ਹੈ, ਬਾਣੀ ਦੀ ਵਿਚਾਰ ਵੀ ਫੁਰਦੀ ਹੈ। ਗੱਲ ਮੁਕਾਓ ਵੀ ਹੁਣ ਗੁਰਬਾਣੀ ਦਾ ਜਾਣਕਾਰ ਬਣ ਗਿਆ, ਵਿਦਵਾਨ ਹੋ ਗਿਆ ਪੂਰਾ। ਕਮਾਲ ਹੋ ਗਈ। ਦੇਖੋ ਇੱਕ ਦਿਨ ਦੀ ਗੱਲ, ਗੁਰੂ ਜੀ ਨੇ ਦੁਨਿਆਵੀ ਹੋਰ ਬਖਸ਼ਿਸ਼ ਕਰਤੀ। ਇਹ ਦੁਨਿਆਵੀ ਵੀ ਨਾਲ ਹੁੰਦੀ ਹੈ, ਦੋਨੇ ਚੀਜ਼ਾਂ ਨਾ, ਲੋਕ ਪਰਲੋਕ। ਸਮਾਪਤੀ ਤੋਂ ਬਾਅਦ ਨਾ ਦੀਵਾਨ ਦੀ ਤੀਜੇ ਪਾਤਸ਼ਾਹ ਦੀ ਸੰਗਤ ਨੂੰ ਕਹਿੰਦੇ, ਅਸੀਂ ਪ੍ਰੇਮੇ ਦਾ ਵਿਆਹ ਕਰਨਾ ਚਾਹੁੰਦੇ ਹਾਂ, ਸ਼ਾਦੀ ਕਰਨਾ ਚਾਹੁੰਦੇ ਹਾਂ, ਕੋਈ ਗੁਰਸਿੱਖ ਆਪਣੀ ਲੜਕੀ ਦਾ ਰਿਸ਼ਤਾ ਕਰ ਦਿਓ। ਤੀਜੇ ਪਾਤਸ਼ਾਹ ਕਹਿੰਦੇ, ਜਦੋਂ ਇਹਨਾਂ ਕਿਹਾ, ਇਤਿਹਾਸ ਦੱਸਦਾ ਹੈ ਸ਼ੀਹਾਂ ਉੱਪਰ ਉੱਠਿਆ, ਸ਼ੀਹਾਂ ਉੱਪਰ ਲਿਖਿਆ ਨਾ, ਖੜਾ ਹੋ ਕੇ ਹੱਥ ਜੋੜ ਕੇ ਕਹਿੰਦਾ, ਪਾਤਸ਼ਾਹ ਜੀ ਆਪ ਜੀ ਦਾ ਵਚਨ ਸੱਤ, ਤੇ ਕੋਈ ਇਹਦਾ ਕੋਈ ਪਿਛੋਕੜ, ਕੌਣ, ਕਿੱਥੋਂ, ਕਿਹੜਾ ਪਿੰਡ, ਮਾਤਾ ਪਿਤਾ। ਤੀਜੇ ਪਾਤਸ਼ਾਹ ਕਹਿੰਦੇ, ਪਿਛੋਕੜ ਨੂੰ ਛੱਡੇ, ਤਾਂ ਹੁਣ ਸਾਡਾ ਪੁੱਤ ਬਣ ਚੁੱਕਿਆ। ਬੋਲੋ ਸਤਨਾਮ। ਕਮਾਲੀ। ਪਿਛਲਾ ਖਤਮ। ਮਾਤਰ ਪਿੱਤਰ ਤਿਆਗ ਕੈ ਮਨ ਸੰਤਨ ਪਾਹੇ ਵਿਚਾਇਓ, ਜਾਤ ਜਨਮ ਕੁਲ ਖੋਇਓ, ਹਉ ਸੇਵੋ ਹਰ ਹਰੀ। ਜਦੋਂ ਕਿਹਾ ਨਾ ਹੁਣ ਤਾਂ ਸਾਡਾ ਹੀ ਪੁੱਤ ਬਣ ਗਿਆ, ਤੇ ਸ਼ੀਹਾਂ ਉੱਪਲ ਕਹਿੰਦਾ, ਮਹਾਰਾਜ ਨਿਬੜ ਗਈ ਗੱਲ। ਫਿਰ ਹੁਣ ਅਗਲੀ ਤਾਂ ਹੁਣ ਕਿਹੜੀ ਗੱਲ ਪੁੱਛਣੀ ਹੈ, ਫਿਰ ਤਾਂ ਨਿਬੜ ਗਈਆਂ ਗੱਲਾਂ ਨਾ। ਰਿਸ਼ਤਾ ਕਰ ਦਿੱਤਾ, ਗੱਲ ਮੁੱਕੀ। ਤੀਜੇ ਪਾਤਸ਼ਾਹ ਨੇ ਆਪ ਆਨੰਦ ਕਾਰਜ ਕਰਵਾਇਆ, ਜੋੜੀ ਬਣ ਗਈ। ਜੋੜੀ ਦਾ ਨਾਮ ਰੱਖ ਦਿੱਤਾ ਤੀਜੇ ਪਾਤਸ਼ਾਹ ਜੀ ਨੇ, ਮਥੋ ਮੁਰਾਰੀ। ਸਮਾਂ ਪਾ ਕੇ ਜਿਸ ਵੇਲੇ 22 ਮੰਜੀਆਂ ਦਿੱਤੀਆਂ, ਇਲਾਕੇ ਨੂੰ 22 ਹਿੱਸਿਆਂ 'ਚ ਵੰਡਿਆ ਸੀ ਨਾ, ਇੱਕ ਹਿੱਸੇ ਨੂੰ ਕੀ ਕਹਿੰਦੇ ਸੀ, ਮੰਜੀ। ਤੇ ਇਹਨੂੰ ਵੀ ਫਿਰ ਪ੍ਰਚਾਰ ਦੀ ਮੰਜੀ ਦਿੱਤੀ, ਪ੍ਰਚਾਰਕ ਬਣਿਆ। ਜਾਖਲ ਟੋਹਾਣਾ, ਜਾਖਲ ਤੇ ਟੋਹਾਣੇ ਦੀ ਫਿਰ ਪ੍ਰਚਾਰ ਦੀ ਮੰਜੀ ਮਿਲੀ ਪ੍ਰੇਮੀ ਨੂੰ, ਜੋ ਮਥੋ ਮੁਰਾਰੀ ਜੋੜੀ ਬਣ ਗਈ। ਫਿਰ ਇਹਨੇ ਜਾਖਲ ਟੋਹਾਣੇ ਦੇ ਇਲਾਕੇ ਵਿੱਚ ਬਹੁਤ ਗੁਰਸਿੱਖੀ ਦਾ ਪ੍ਰਚਾਰ ਕੀਤਾ। ਦੋਨੇ ਪਾਸੇ ਸਾਹਮਣੇ ਤੁਹਾਡੇ ਪਹਿਲਾਂ ਕੀ ਹਾਲ ਹੋਏ, ਤੇ ਗੁਰੂ ਕੀ ਸੰਗਤ ਦੇਖੋ, ਸਰੀਰਕ ਬਿਮਾਰੀ ਵੀ ਹਟ ਗਈ, ਗੁਰੂ ਨੇ ਦੁਨਿਆਵੀ ਕਿਰਪਾ ਵੀ ਕਰ ਦਿੱਤੀ, ਤੇ ਵਿਦਵਾਨ ਵੀ ਬਣ ਗਿਆ, ਮੰਜੀ ਵੀ ਮਿਲ ਗਈ, ਤੇ ਪ੍ਰਚਾਰਕ ਵੀ ਬਣ ਗਿਆ। ਫਿਰ ਜਾਖਲ ਟੋਹਾਣੇ ਦੇ ਇਲਾਕੇ ਵਿੱਚ ਇਸ ਜੋੜੀ ਨੇ ਗੁਰਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਨਕਸ਼ਾ ਸਾਹਮਣੇ ਬਣ ਗਿਆ ਸਾਰਾ ਤੁਹਾਡੇ ਦੋਨੇ ਪਾਸੇ। ਤੇ ਕੀ ਨਕਸ਼ਾ ਬਣਿਆ ਭਲਾ, ਉਹ ਵੀ ਧਾਰਨਾ 'ਚ ਕਹਿ ਦੇਵਾਂ। ਫਿਰ ਥੋੜੇ ਸਮੇਂ ਵਿੱਚ ਜੋ ਆਪਾਂ ਸ਼ੁਰੂ ਦੇ ਵਿੱਚ ਸ਼ਬਦ ਗਾਇਨ ਕੀਤਾ ਸੀ, ਉਹ ਵਿਚਾਰ ਕਰਦੇ ਹਾਂ।
ਉਹ ਮਾੜੇ ਬੰਦਿਆਂ ਦੀ ਕੁਸੰਗਤ ਡੋਬ ਦੇਵੇ। ਸਤ ਸੰਗਤ ਤਾਰ ਦਿੰਦੀ ਐ, ਮਾੜਿਆਂ ਬੰਦਿਆਂ ਦੀ ਕੁਸੰਗਤ ਡੋਬ ਦੇਵੇ। ਸਤ ਸੰਗਤ ਤਾਰ ਦਿੰਦੀ ਹੈ, ਮਾੜੇ ਬੰਦਿਆਂ ਦੀ ਕੁਸੰਗਤ ਡੋਬ ਦੇਵੇ। ਸਤ ਸੰਗਤ ਤਾਰ ਦਿੰਦੀ ਹੈ, ਬੰਦਿਆਂ ਦੀ ਕੁਸੰਗਤ ਡੋਬ ਦੇਵੇ। ਸਤ ਸੰਗਤ ਤਾਰ ਦਿੰਦੀ ਹੈ। ਸੰਗਤ ਤਾਰ ਦਿੰਦੀ ਹੈ। ਸਤ 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 ਸੰਗਤ ਤਾਰ ਦਿੰਦੀ ਹੈ। ਮਾੜਿਆਂ ਬੰਦਿਆਂ ਦੀ ਕੋ ਸੰਗਤ ਡੋਬ ਦੇਵੇ। ਸਤ ਸੰਗਤ ਤਾਰ ਦਿੰਦੀ ਹੈ। ਮਾੜਿਆਂ ਬੰਦਿਆਂ ਦੀ ਕੋ ਸੰਗਤ ਡੋਬ ਦੇਵੇ। ਸਤ ਸੰਗਤ ਤਾਰ ਦਿੰਦੀ ਹੈ। ਸਤ ਸੰਗਤ ਤਾਰ ਦਿੰਦੀ ਹੈ। ਸਤ ਸੰਗਤ ਤਾਰ ਦਿੰਦੀ ਹੈ। ਲੋ ਜੀ, ਇੱਥੋਂ ਤੱਕ ਸਾਰਾ ਨੁਕਤਾ ਕਲੀਅਰ ਹੋ ਗਿਆ ਤੁਹਾਨੂੰ ਸੰਗਤ ਦਾ।